दर्शन परसै गुरु कै, जन्म मरण दुख जाए। होवै सिफत खसमदी, नूर अरसों कुरसों चटियै। तुद डिठे सच्चे पातशाह, मल जन्म जन्म दी कटियै। तुद डिठे सच्चे पातशाह, मल जन्म जन्म दी कटियै। आसा बाणी भगत धन्य जी की, एक ओंकार सतगुर प्रसाद। भ्रमत फिरत बहु जन्म बिलाने, तान मन धन नहीं धीरे। लालच बिख काम लुब्ध राता, मन बिसरे प्रभ हीरे। वाहिगुरु जी का खालसा, वाहिगुरु जी की फतेह। जुगो जुग अटल पतत पावन सतगुरु गरीब नवाज गुरु ग्रंथ साहिब जियां दी पवित्र पावन हजूरी अंदर विराजमान हो रही गुरु की संगत। आप संगतां ने सतगुरां दे दरबार अंदर बैठ के सतगुरां दी बाणी दे नितनेम आसा दी वार दे कीर्तन आप संगतां ने सरवण कीते। मिलिया होया समा मिले होए सवास गुरु कृपा नाल सफले बनाए। सतगुरु पातशाह महाराज जी बख्शिश करते ने, मेरे माधव जी सत संगत मिलै सो तरिया, गुर प्रसाद परम पद पाया, सूके कास्ट हरिया। गुरु अर्जन साहब पातशाह दा बचन आपां राग गुजरी दे अंदर ਰਹਿ ਰਾਜ ਸਾਹਿਬ ਨੂੰ ਪੜ੍ਹਦਿਆਂ ਹੋਇਆਂ ਸਰਵਣ ਕਰਦੇ ਹਾਂ। ਜੋ ਸਤ ਸੰਗਤ ਵਿੱਚ ਮਿਲੇ ਨੇ ਉਹ ਇਸ ਸੰਸਾਰ ਦੇ ਵਿੱਚ ਸ਼ੁਭ ਗੁਣਾਂ ਦੇ ਨਾਲ ਹਰੇ ਭਰੇ ਹੋ ਗਏ ਤੇ ਉਹ ਪਰਮਾਤਮਾ ਦੇ ਦਰ ਦੀ ਪ੍ਰਾਪਤੀ ਕਰਦੇ ਨੇ। ਵੱਡੇ ਭਾਗ ਨੇ ਸਤ ਸੰਗਤ ਵਿੱਚ ਆ ਕੇ ਬੈਠੇ ਹੋ। ਅੰਮ੍ਰਿਤ ਵੇਲੇ ਲੜੀਵਾਰ ਗੁਰਬਾਣੀ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਜਿਵੇਂ ਮਹਾਰਾਜ ਸਾਹਿਬ ਜੀ ਅੱਜ ਬਖਸ਼ਿਸ਼ ਕਰ ਰਹੇ ਨੇ, ਆਓ ਪਵਿੱਤਰ ਉਪਦੇਸ਼ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਮਨ ਬਿਰਤੀਆਂ ਟਿਕਾਈਏ ਗੁਰੂ ਚਰਨਾਂ ਦੇ ਅੰਦਰ, ਬੜੀ ਭਾਵਨਾ ਦੇ ਨਾਲ ਪਵਿੱਤਰ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਇਹ ਜੋ ਆਪਾਂ ਸ਼ਬਦ ਸਰਵਣ ਕਰਨ ਜਾ ਰਹੇ ਹਾਂ, ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਆਸਾ ਬਾਣੀ ਭਗਤ ਧੰਨੇ ਜੀ ਕੀ। ਆਸਾ ਰਾਗ ਦਾ ਨਾਮ ਹੈ। 31 ਰਾਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਲਿਖੇ ਨੇ। ਉਹਨਾਂ ਦੇ ਵਿੱਚ ਚੌਥੇ ਨੰਬਰ ਦਾ ਰਾਗ ਆਸਾ ਜੋ ਹੈ ਉਹ ਪਾਤਸ਼ਾਹ ਨੇ ਦਰਜ ਕੀਤਾ। ਅੰਮ੍ਰਿਤ ਵੇਲੇ ਇਸ ਰਾਗ ਨੂੰ ਗਾਇਆ ਜਾਂਦਾ ਹੈ। ਔਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਇੱਥੇ ਭਗਤ ਧੰਨਾ ਸਾਹਿਬ ਦੀ ਬਾਣੀ ਜੋ ਹੈ ਉਹ ਦਰਜ ਕਰ ਰਹੇ ਨੇ। 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਗਈ ਹੈ। 15 ਭਗਤਾਂ ਦੇ ਵਿੱਚੋਂ ਇੱਕ ਭਗਤ ਧੰਨਾ ਜੀ ਨੇ, ਜੋ ਰਾਜਸਥਾਨ ਦੀ ਧਰਤੀ ਦੇ ਰਹਿਣ ਵਾਲੇ ਸਨ। ਸੋ ਉਹ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਹੋਏ। ਉਹਨਾਂ ਦੇ ਕਮਾਈ ਵਾਲੇ ਬਚਨ ਇੱਥੇ ਮਹਾਰਾਜ ਲਿਖਦੇ ਪਏ। ਸਤਿਗੁਰੂ ਜੀ ਇਹ ਸਾਨੂੰ ਸਮਝਾ ਰਹੇ ਨੇ ਕਿ ਇਹ ਬਾਣੀ ਭਗਤ ਧੰਨਾ ਸਾਹਿਬ ਦੀ ਹੈ। ਫਰਮਾਉਂਦੇ ਹਨ, ਲਾਲਚ ਬਿਖ ਕਾਮ ਲੁਬਧ ਰਾਤਾ, ਮਨ ਵਿਸਰੇ ਪ੍ਰਭ ਹੀਰੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪਰਮਾਤਮਾ ਇੱਕ ਹੈ ਅਤੇ ਗੁਰੂ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਸੋ ਇਹ ਗੁਰੂ ਘਰ ਦੀ ਮਰਿਆਦਾ ਹੈ ਕਿ ਜਿਸ ਵੇਲੇ ਸ਼ੁਭ ਕਾਰਜ ਕੀਤਾ ਜਾਂਦਾ ਹੈ, ਪਰਮੇਸ਼ਰ ਨੂੰ ਯਾਦ ਕੀਤਾ ਜਾਂਦਾ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਬਾਣੀ ਲਿਖਵਾ ਰਹੇ ਨੇ, ਪਰਮੇਸ਼ਰ ਦਾ ਮੰਗਲਾਚਰਨ ਕਰਦੇ ਨੇ ਕਿ ਉਹ ਪਰਮਾਤਮਾ ਭਾਈ ਇੱਕ ਹੈ। ਜਿਵੇਂ ਆਪਾਂ ਕਹਿੰਦੇ ਹਾਂ ਕਿ ਸ਼ੁਭ ਕਾਰਜ ਤੋਂ ਪਹਿਲਾਂ ਅਰਦਾਸ ਕਰਨੀ ਚਾਹੀਦੀ ਹੈ, ਇਹ ਅਰਦਾਸ ਹੀ ਹੈ ਪਰਮਾਤਮਾ ਦੇ ਚਰਨਾਂ ਵਿੱਚ, ਉਸ ਦੀ ਸਿਫਤ, ਉਸ ਦੀ ਵਡਿਆਈ। ਇੱਕ ਓੰਕਾਰ, ਓੰਕਾਰ ਨਾਮ ਪਰਮਾਤਮਾ ਦਾ, ਪਰਮਾਤਮਾ ਇੱਕ ਹੈ ਭਾਈ। ਸੋ ਸਤਿਗੁਰ ਪ੍ਰਸਾਦ, ਐਸੇ ਜੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤੇ ਤੁਹਾਨੂੰ ਉਸ ਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਹੋਵੇਗੀ। ਜਿੰਨਾ ਚਿਰ ਗੁਰੂ ਪ੍ਰਸੰਨ ਨਹੀਂ ਨਾ ਹੁੰਦਾ, ਉਹਨਾਂ ਚਿਰ ਪਰਮਾਤਮਾ ਮਿਲਦਾ ਨਹੀਂ ਹੈ। ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ। ਕਾਹਦੇ ਵਾਸਤੇ ਕਰਦੇ ਹਾਂ? ਕਿਉਂਕਿ ਗੁਰੂ ਪ੍ਰਸੰਨ ਹੋ ਜਾਵੇ, ਗੁਰੂ ਖੁਸ਼ ਹੋ ਜਾਵੇ ਅਤੇ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਕਰਵਾ ਦੇਵੇ, ਤਾਂ ਅਸੀਂ ਸੇਵਾ ਕਰੀਦੀ ਹੈ, ਸਿਮਰਨ ਕਰੀਦਾ। ਸਤ ਸੰਗਤ ਵਿੱਚ ਤਾਂ ਆ ਕੇ ਬੈਠੇ ਹਾਂ, ਬਾਣੀ ਤਾਂ ਸੁਣਦੇ ਪਏ ਜਾਂ ਪੜ੍ਹਦੇ ਪਏ ਹਾਂ ਕਿ ਗੁਰੂ ਖੁਸ਼ ਹੋ ਜਾਵੇ ਔਰ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਕਰਵਾ ਦੇਵੇ। ਸੋ ਮਹਾਰਾਜ ਲਿਖਦੇ ਨੇ ਸਤਿਗੁਰ ਪ੍ਰਸਾਦ, ਪ੍ਰਸਾਦ ਨਾਮ ਕਿਰਪਾ ਦਾ, ਤੇ ਸਤਿਗੁਰੂ ਜੇ ਕਿਰਪਾ ਕਰਨ ਤਾਂ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸੋ ਇਹ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਬਾਣੀ ਲਿਖਵਾਉਂਦਿਆਂ ਹੋਇਆਂ ਇਹ ਬਚਨ ਗੁਰੂ ਘਰ ਦਾ ਲਿਖਿਆ ਹੈ। ਭਗਤ ਧੰਨਾ ਸਾਹਿਬ ਜੀ ਇਹ ਸ਼ਬਦ ਦੇ ਵਿੱਚ ਫਰਮਾਉਂਦੇ ਨੇ, ਜਿਹੜੇ ਮਨਮੁਖ ਲੋਕ ਨੇ, ਦੋ ਤਰ੍ਹਾਂ ਦੇ ਲੋਕ ਹੁੰਦੇ ਦੁਨੀਆ ਦੇ ਵਿੱਚ, ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ। ਇੱਕ ਬੰਦੇ ਉਹ ਨੇ ਜਿਨ੍ਹਾਂ ਨੂੰ ਮਨਮੁਖ ਕਿਹਾ ਜਾਂਦਾ ਹੈ। ਮਨਮੁਖ ਬੰਦੇ ਉਹ ਨੇ ਜਿਨ੍ਹਾਂ ਨੇ ਮਨ ਨੂੰ ਮੁੱਖ ਰੱਖਿਆ ਹੋਇਆ। ਮੇਰਾ ਮਨ ਕਹਿੰਦਾ ਮੈਂ ਇਹ ਕੰਮ ਕਰਾਂ, ਮੇਰਾ ਮਨ ਕਹਿੰਦਾ ਮੈਂ ਇਹ ਵਸਤੂ ਲੈ ਕੇ ਆਵਾਂ। ਜੋ ਮਨ ਨੇ ਕਿਹਾ, ਭਾਵੇਂ ਉਹ ਚੰਗਾ ਹੈ ਭਾਵੇਂ ਉਹ ਮਾੜਾ ਹੈ, ਮਨ ਦੇ ਪਿੱਛੇ ਲੱਗ ਕੇ ਚੱਲਣਾ। ਇਹ ਨਹੀਂ ਵੇਖਣਾ ਵੀ ਗੁਰੂ ਮਰਿਆਦਾ ਕੀ ਹੈ, ਮੇਰੇ ਗੁਰੂ ਦਾ ਹੁਕਮ ਕੀ ਹੈ, ਜਾਂ ਸਿੱਖ ਨੂੰ ਕੀ ਕਰਨਾ ਚਾਹੀਦਾ। ਨਹੀਂ, ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕੇਵਲ ਆਪਣੇ ਮਨ ਨੂੰ ਖੁਸ਼ ਕਰਨ ਵਾਲੇ, ਮਨ ਦੇ ਪਿੱਛੇ ਚੱਲਣ ਵਾਲੇ, ਉਹਨਾਂ ਨੂੰ ਮਨਮੁਖ ਕਿਹਾ ਹੈ ਵੀ ਇਹ ਮਨ ਨੂੰ ਮੁਖੀ ਰੱਖ ਕੇ ਚੱਲੇ ਨੇ। ਗੁਰੂ ਦਾ ਬਚਨ ਹੈ ਨਾ ਕੋਈ ਨਹੀਂ ਮੰਨਿਆ। ਐਸੇ ਲੋਕਾਂ ਨੂੰ ਪ੍ਰਾਪਤੀ ਕੋਈ ਨਹੀਂ ਹੁੰਦੀ ਹੈ। ਦੂਜੇ ਲੋਕ ਉਹ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਗੁਰਮੁਖ। ਗੁਰਮੁਖ ਤੋਂ ਭਾਵ ਹੁੰਦਾ ਜਿਹਨੇ ਮੁਖ ਆਪਣਾ ਗੁਰੂ ਵੱਲ ਕੀਤਾ ਹੋਇਆ। ਜੋ ਮੇਰਾ ਗੁਰੂ ਕਹਿੰਦਾ ਹੈ, ਜੋ ਗੁਰੂ ਦੀ ਮਰਿਆਦਾ, ਮੈਂ ਉਹੀ ਕਰਾਂਗਾ, ਬਾਹਰ ਨਹੀਂ ਜਾਵਾਂਗਾ। ਦੁਨੀਆ ਭਾਵੇਂ ਜੋ ਮਰਜ਼ੀ ਕਹੀ ਜਾਵੇ, ਉਹਨਾਂ ਨੂੰ ਗੁਰਮੁਖ ਕਿਹਾ ਜਾਂਦਾ ਹੈ। ਜਿਹੜੇ ਗੁਰਮੁਖ ਨੇ ਉਹ ਸੰਸਾਰ ਵਿੱਚ ਸਫਲੇ ਹੋ ਜਾਂਦੇ। ਸੋ ਪਾਤਸ਼ਾਹ ਜੀ ਦਾ ਬਚਨ ਨਾ, ਗੁਰਮੁਖ ਜਨਮ ਸਵਾਰ ਦਰਗਹ ਚੱਲਿਆ। ਗੁਰਮੁਖ ਜਨਮ ਤਾਂ ਹੀ ਸਵਾਰਦਾ ਕਿਉਂਕਿ ਉਹਦਾ ਮੁੱਖ ਗੁਰੂ ਵੱਲ ਹੈ। ਜੋ ਗੁਰੂ ਕਹਿੰਦਾ ਉਹ ਗੁਰੂ ਦੇ ਕਹਿ ਮੁਤਾਬਕ ਚੱਲਦਾ, ਤੇ ਬੇੜਾ ਪਾਰ ਉਹਦਾ ਹੋਣਾ ਜਿਹਨੇ ਗੁਰੂ ਦਾ ਕਿਹਾ ਹੋਇਆ ਮੰਨਿਆ ਹੈ। ਜਿਹੜਾ ਆਪਣੇ ਮਨ ਦੇ ਪਿੱਛੇ ਲੱਗਾ, ਮਨ ਤੇ ਬੜਾ ਕੁਝ ਕਹਿੰਦਾ, ਮਨ ਤੇ ਕਹਿੰਦਾ ਵਕਾਰ ਭੋਗ, ਮਨ ਤੇ ਕਹਿੰਦਾ ਨਸ਼ਿਆਂ ਦੀ ਪ੍ਰਾਪਤੀ ਕਰ, ਮਨ ਤੇ ਬੜੇ ਮਾੜੇ ਮਾੜੇ ਖਿਆਲ ਦਿੰਦਾ ਹੈ। ਤੁਸੀਂ ਬਾਣੀ ਪੜ੍ਹਦੇ ਹੋ, ਬਾਣੀ ਪੜ੍ਹਦਿਆਂ ਵੀ ਕਈ ਤਰ੍ਹਾਂ ਦੇ ਖਿਆਲ ਆਉਂਦੇ ਨੇ, ਮਨ ਦੇ ਵਿੱਚ ਵਿਚਾਰ ਆਉਂਦੇ ਨੇ। ਮਨ ਦਾ ਤੇ ਕੰਮ ਹੀ ਹੈ ਕਿ ਮਾੜੀ ਜਿਹੜੇ ਵਿਚਾਰ ਨੇ ਉਹ ਦੇਣੇ, ਉਹਨਾਂ ਨੂੰ ਮਨਮੁਖ ਕਿਹਾ ਜਾਂਦਾ ਹੈ। ਇੱਥੇ ਭਗਤ ਧੰਨਾ ਸਾਹਿਬ ਜੀ ਮਨਮੁਖ ਬੰਦਿਆਂ ਦੀ ਗੱਲ ਕਰਦੇ ਨੇ ਵੀ ਉਹਨਾਂ ਦਾ ਹਾਲ ਕੀ ਹੁੰਦਾ ਹੈ। ਕਿਉਂਕਿ ਅਸੀਂ ਪਾਪ ਜਾਂ ਕੋਈ ਮਾੜਾ ਕਰਮ ਕਰਦੇ ਹਾਂ, ਇਹ ਨਹੀਂ ਸੋਚਦੇ ਇਹਦਾ ਫਲ ਕੀ ਮਿਲੇਗਾ। ਭਗਤ ਧੰਨਾ ਜੀ ਸਾਨੂੰ ਦੱਸਦੇ ਪਏ, ਕਹਿੰਦੇ ਅਸੀਂ ਤੈਨੂੰ ਦੱਸਦੇ ਹਾਂ ਵੀ ਮਾੜੇ ਕਰਮ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਹੁੰਦਾ ਕੀ ਹੈ, ਤਾਂ ਕਿ ਤੂੰ ਅੱਗੇ ਤੋਂ ਮਾੜਾ ਕਰਮ ਕਰਨਾ ਛੱਡ ਦੇਵੇਂ ਤੇ ਬਖਸ਼ਿਸ਼ ਕਰਦੇ ਹਨ। ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਭਗਤ ਧੰਨਾ ਜੀ ਕਹਿੰਦੇ ਉਹ ਲੋਕ ਭਰਮਦੇ ਫਿਰਦੇ ਨੇ, ਕਾਹਦੇ ਵਿੱਚ? ਜੂਨੀਆਂ ਦੇ ਵਿੱਚ, ਜੂਨੀਆਂ ਜਨਮਾਂ ਦੇ ਵਿੱਚ। 84 ਲੱਖ ਜੂਨਾਂ ਜਿਹੜੀਆਂ ਨੇ ਨਾ, ਇਹਨਾਂ ਦਾ ਇੱਕ ਗੇੜ ਬਣਿਆ ਹੋਇਆ ਤੇ ਉਹ ਗੇੜ ਮੁੱਕਦਾ ਨਹੀਂ ਹੈ। ਸਾਡੇ ਉੱਪਰ ਪੱਖਾ ਚੱਲਦਾ ਪਿਆ ਨਾ, ਪੱਖਾ ਵੀ ਘੁੰਮਦਾ ਪਿਆ, ਪਰ ਪੱਖੇ ਦੇ ਗੇੜੇ ਦਾ ਕੋਈ ਅੰਤ ਨਹੀਂ ਹੈ ਵੀ ਇਹ ਕਿੰਨੀ ਵਾਰੀ ਘੁੰਮੇਗਾ ਤੇ ਕਿੰਨੀ ਵਾਰੀ ਘੁੰਮ ਕੇ ਫਿਰ ਉੱਥੇ ਆਏਗਾ। ਮਹਾਰਾਜ ਕਹਿੰਦੇ ਲਾਟੂ ਮਾਧਾਨੀਆਂ ਅਨਗਾ, ਪੰਖੀ ਭੌਂਦੀਆਂ ਲੈ ਨਸਾ, ਸੂਏ ਚਾੜ ਭਵਾਈਐ ਜੰਤ ਨਾਨਕ, ਭੌਂਦਿਆਂ ਗਣਤ ਨਾਨਕ। ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਬਚਨ ਪੜ੍ਹਿਆ। ਲਾਟੂ ਵੀ ਘੁੰਮਦਾ ਹੈ, ਮਧਾਨੀਆਂ ਵੀ ਬੀਬੀਆਂ ਜਿਹੜੀਆਂ ਨੇ ਚਾਟੀ ਵਿੱਚ ਪਾ ਕੇ ਘੁਮਾਉਂਦੀਆਂ ਨੇ। ਘੁਮਿਆਰ ਦਾ ਚੱਕ ਵੀ ਘੁੰਮਦਾ ਹੈ, ਗੱਡੀ ਦਾ ਚੱਕਾ ਵੀ ਘੁੰਮਦਾ, ਪੱਖਾ ਵੀ ਘੁੰਮਦਾ ਹੈ, ਪਰ ਇਹਨਾਂ ਦੇ ਘੁੰਮਦਿਆਂ ਅੰਤ ਨਹੀਂ ਆਉਂਦਾ ਵੀ ਕਿੰਨੇ ਗੇੜੇ ਹੋ ਗਏ ਨੇ ਜਾਂ ਕਿੰਨੇ ਹੋਰ ਆਉਣੇ ਨੇ।
ਮਹਾਰਾਜ ਕਹਿੰਦੇ ਬੰਦਿਆ ਇਸੇ ਤਰ੍ਹਾਂ 84 ਲੱਖ ਜੂਨਾਂ ਦਾ ਗੇੜਾ ਮੁੱਕਦਾ ਕੋਈ ਨਹੀਂ ਹੈ। ਪਤਾ ਨਹੀਂ ਕਿੰਨੇ ਗੇੜੇ 84 ਲੱਖ ਜੂਨਾਂ ਦੇ ਪਹਿਲਾਂ ਖਾ ਲਏ ਨੇ ਤੇ ਕਿੰਨੇ ਹੋਰ ਖਾਣੇ ਨੇ। ਕਿੰਨਾਂ ਨੇ ਖਾਣੇ ਨੇ? ਮਨਮੁਖ ਲੋਕਾਂ ਨੇ, ਜਿਹੜੇ ਕਹਿੰਦੇ ਵੀ ਸਾਡਾ ਮਨ ਇਹ ਗੱਲ ਕਹਿੰਦਾ ਹੈ। ਐਸੇ ਲੋਕ ਜਿਹੜੇ ਨੇ ਭਰਮ ਤੇ ਫਿਰਤ ਬਹੁ ਜਨਮ ਬਿਲਾਨੇ। ਇੱਕ ਨਹੀਂ ਬਹੁ ਜਨਮ। ਬਹੁ ਜਨਮ ਤੋਂ ਭਾਵ ਹੁੰਦਾ ਵੀ ਕਈ ਜਨਮ। ਇਹ ਨਹੀਂ ਵੀ ਇੱਕ ਵਾਰੀ ਜਾਣਗੇ ਤੇ ਬਸ ਗੱਲ ਖਤਮ ਹੋ ਜਾਏਗੀ, ਨਹੀਂ। ਮਹਾਰਾਜ ਕਹਿੰਦੇ ਬਹੁਤ ਜਨਮ ਬਿਲਾਨੇ। ਬਿਲਾਨੇ ਤੋਂ ਭਾਵ ਹੈ ਬਤੀਤ ਹੋ ਗਏ। ਮਨਮੁਖ ਬੰਦਿਆਂ ਦੇ ਜਿਹੜੇ ਕਈ ਜਨਮ ਨੇ ਉਹ ਕਈ ਜੂਨਾਂ ਵਿੱਚ ਬਤੀਤ ਹੋ ਜਾਂਦੇ, ਵਾਰ-ਵਾਰ ਜਨਮਾਂ ਵਿੱਚ ਆਉਂਦੇ, ਵਾਰ-ਵਾਰ ਮਰ ਕੇ ਚਲੇ ਜਾਂਦੇ। ਇੱਥੇ ਹੀ ਬਸ ਨਹੀਂ, ਤਨ ਮਨ ਧਨ ਨਹੀਂ ਧੀਰੇ। ਉਹਨਾਂ ਦਾ ਮਨ ਵੀ ਇਹੋ ਜਿਹਾ, ਜੇ ਕਿਤੇ ਚਲਦਿਆਂ ਚਲਦਿਆਂ ਮਨੁੱਖਾ ਜਨਮ ਦੇ ਵਿੱਚ ਆ ਵੀ ਗਏ ਨਾ, ਜਿਵੇਂ ਸਾਨੂੰ ਮਨੁੱਖਾ ਸਰੀਰ ਪ੍ਰਾਪਤ ਹੋਇਆ। ਹੁਣ ਮਨਮੁਖ ਬੰਦੇ ਦੀ ਨਿਸ਼ਾਨੀ ਕੀ ਹੈ? ਤੁਸੀਂ ਕਿਸੇ ਨੂੰ ਕਹਿ ਦਿਓ ਵੀ ਤੂੰ ਮਨਮੁਖ ਹੈ, ਉਹ ਤੁਹਾਡੇ ਨਾਲ ਝਗੜਾ ਕਰੇਗਾ ਵੀ ਮੈਨੂੰ ਮਨਮੁਖ ਕਿਉਂ ਕਿਹਾ, ਮੈਨੂੰ ਗੁਰਮੁਖ ਕਹੋ, ਮੈਂ ਤੇ ਗੁਰਮੁਖ ਹਾਂ। ਪਰ ਮਹਾਰਾਜ ਇੱਥੇ ਮਨਮੁਖ ਦੀ ਨਿਸ਼ਾਨੀ ਵੀ ਦੱਸਦੇ ਨੇ। ਕਹਿੰਦੇ ਮਨਮੁਖ ਦੀ ਨਿਸ਼ਾਨੀ ਇਹ ਹੈ ਕਿ ਮਨਮੁਖ ਬੰਦਾ ਜਿਹੜਾ ਹੈ ਨਾ, ਉਹਦਾ ਮਨ ਧਨ ਦੇ ਉੱਪਰ ਕਦੇ ਟਿਕਦਾ ਨਹੀਂ ਹੈ। ਜੇ ਧਨ ਉਹਦੇ ਕੋਲ 500 ਹੈ ਨਾ, ਤੇ ਇਹ ਨਹੀਂ ਵੀ ਉਹਦੀ ਤਸੱਲੀ ਹੋ ਗਈ ਹੈ ਵੀ ਬਸ ਠੀਕ 500 ਹੀ ਚਾਹੀਦਾ ਸੀ। ਉਹਦੇ ਮਨ ਵਿੱਚ ਇਹ ਹੈ ਵੀ 5000 ਹੋਣਾ ਚਾਹੀਦਾ ਹੈ। ਜੇ 5000 ਆ ਗਿਆ ਫਿਰ 5 ਲੱਖ ਦੇ ਵੱਲ ਦੌੜੇਗਾ, 5 ਕਰੋੜ ਦੇ ਵੱਲ ਦੌੜੇਗਾ। ਕਹਿਣ ਤੋਂ ਭਾਵ ਮਨਮੁਖ ਬੰਦੇ ਦੀ ਨਿਸ਼ਾਨੀ ਇਹ ਹੈ ਵੀ ਉਹ ਧਨ ਦੇ ਉੱਪਰ ਕਦੇ ਧੀਰਜ ਨਹੀਂ ਉਹਨੂੰ ਆਉਂਦਾ, ਕਦੇ ਸੰਤੋਖ ਨਹੀਂ ਆਉਂਦਾ ਵੀ ਬਸ ਇੰਨੀ ਮਾਇਆ ਚਾਹੀਦੀ ਹੈ। ਦੇਸ਼ ਵਿੱਚ ਵੱਡੇ ਵੱਡੇ ਵਪਾਰੀ ਨੇ, ਵੱਡੇ ਵੱਡੇ ਬਿਜ਼ਨਸ ਕਰਨ ਵਾਲੇ ਨੇ, ਪਰ ਕੀ ਉਹਨਾਂ ਦਾ ਮਨ ਰੱਜ ਗਿਆ ਵੀ ਸਾਨੂੰ ਹੋਰ ਧਨ ਨਹੀਂ ਚਾਹੀਦਾ? ਜਿੰਨਾ ਮਰਜ਼ੀ ਗਰੀਬ ਨੂੰ ਕੁੱਟਣਾ ਪਵੇ, ਜਿੰਨੀ ਮਰਜ਼ੀ ਗਰੀਬ ਦੀ ਹਾਏ ਲੈਣੀ ਪਵੇ, ਜੋ ਮਰਜ਼ੀ ਕਰਨਾ ਪਵੇ, ਪਰ ਕਿਸੇ ਦੀ ਜੇਬ ਦੇ ਵਿੱਚ ਪੈਸਾ ਰਹਿਣਾ ਨਹੀਂ ਚਾਹੀਦਾ, ਸਾਰਾ ਮੇਰੇ ਕੋਲ ਹੋਣਾ ਚਾਹੀਦਾ ਹੈ। ਪਾਤਸ਼ਾਹ ਕਹਿੰਦੇ ਮਨਮੁਖ ਬੰਦੇ ਜਿਨ੍ਹਾਂ ਜਨਮਾਂ ਵਿੱਚ ਜਾਣਾ ਹੈ, ਉਹਨਾਂ ਦੀ ਪਹਿਲੀ ਨਿਸ਼ਾਨੀ ਇਹ ਹੈ ਵੀ ਉਹਨਾਂ ਦਾ ਮਨ ਕਦੇ ਵੀ ਧਨ ਦੇ ਉੱਪਰ ਆ ਕੇ ਟਿਕਦਾ ਨਹੀਂ ਹੈ। ਹੋਰ ਤੋਂ ਹੋਰ ਚਾਹੁੰਦੇ ਨੇ, ਹੋਰ ਤੋਂ ਹੋਰ ਚਾਹੁੰਦੇ ਨੇ। ਮਹਾਰਾਜ ਇਹ ਤੇ ਇੱਕ ਨਿਸ਼ਾਨੀ ਦੱਸੀ ਹੈ, ਕਿਰਪਾ ਕਰਕੇ ਇੱਕ ਹੋਰ ਵੀ ਦੱਸ ਦਿਓ ਮਨਮੁਖ ਦੀ ਦੂਜੀ ਨਿਸ਼ਾਨੀ ਕੀ ਹੈ? ਤੇ ਪਾਤਸ਼ਾਹ ਕਹਿੰਦੇ ਤਨ ਨਹੀਂ ਧੀਰੇ। ਮਨਮੁਖ ਬੰਦੇ ਨੂੰ ਆਪਣੇ ਸਰੀਰ ਦੇ ਉੱਪਰ ਵੀ ਧੀਰਜਵਾਨ ਨਹੀਂ ਹੁੰਦਾ ਹੈ। ਮਨਮੁਖ ਬੰਦਾ ਜਿਹੜਾ ਹੈ ਨਾ, ਉਹਦੀ ਦੂਜੀ ਨਿਸ਼ਾਨੀ ਇਹ ਹੈ ਵੀ ਰੱਬ ਭਾਵੇਂ ਕਿੰਨਾ ਵੀ ਸੋਹਣਾ ਸਰੀਰ ਕਿਉਂ ਨਾ ਦੇ ਦੇ, ਪਰ ਉਹ ਕਹਿੰਦਾ ਵੀ ਨਹੀਂ, ਗੱਲ ਬਣੀ ਨਹੀਂ ਰੱਬ ਦੇ ਕੋਲੋਂ, ਮੈਂ ਬਣਾਵਾਂਗਾ। ਤੇ ਫਿਰ ਬਿਊਟੀ ਪਾਰਲਰ ਦੇ ਵਿੱਚ ਜਾਂਦਾ, ਉੱਥੇ ਜਾ ਜਾ ਕੇ ਆਪਣੇ ਮੂੰਹ ਸਿਰ ਨੂੰ ਰਗੜ ਰਗੜ ਕੇ ਹੋਰ ਸੁੰਦਰ ਬਣਨਾ ਚਾਹੁੰਦਾ। ਜੋ ਪ੍ਰਮਾਤਮਾ ਨੇ ਨੈਣ ਨਕਸ਼ ਦਿੱਤੇ ਨੇ, ਸਰੀਰ ਦਿੱਤਾ, ਉਹਦੇ ਤੇ ਰੱਜ ਨਹੀਂ ਆਇਆ। ਇਹ ਮਨਮੁਖ ਦੀ ਦੂਜੀ ਨਿਸ਼ਾਨੀ ਹੈ। ਰੱਬ ਦੇ ਨਾਲੋਂ ਵੀ ਅੱਗੇ ਜ਼ਿਆਦਾ ਸੋਹਣਾ ਬਣਨਾ ਚਾਹੁੰਦਾ ਹੈ ਤੇ ਸਰੀਰ ਨੂੰ ਵਿਗਾੜਦਾ ਹੈ, ਤੋੜਦਾ ਭੰਨਦਾ ਹੈ, ਕਈ ਤਰ੍ਹਾਂ ਦੇ ਸਰੀਰ ਵਿੱਚ ਵਾਧੇ ਘਾਟੇ ਕਰਦਾ ਹੈ। ਮਹਾਰਾਜ ਕਹਿੰਦੇ ਭਾਈ ਐਸੋ ਜੇ ਮਨਮੁਖਾਂ ਦੀਆਂ ਨਿਸ਼ਾਨੀਆਂ ਨੇ। ਪਹਿਲੀ ਨਿਸ਼ਾਨੀ ਇਹ ਹੈ ਵੀ ਉਹ ਧਨ ਦੇ ਨਾਲ ਨਹੀਂ ਰੱਜਿਆ। ਦੂਜੀ ਨਿਸ਼ਾਨੀ ਇਹ ਹੈ ਵੀ ਉਹਨੂੰ ਆਪਣੇ ਸਰੀਰ ਤੋਂ ਵੀ ਰੱਜ ਨਹੀਂ ਆਇਆ। ਕਹਿਣ ਲੱਗਾ ਵੀ ਗੱਲ ਬਣੀ ਨਹੀਂ ਹੈ, ਫਲਾਣੇ ਦਾ ਸਰੀਰ ਬੜਾ ਲੰਮਾ ਹੈ, ਮੇਰਾ ਲੰਮਾ ਕਿਉਂ ਨਹੀਂ ਹੈ? ਫਲਾਣੇ ਦਾ ਸਰੀਰ ਬੜਾ ਤਾਕਤ ਵਾਲਾ, ਮੇਰਾ ਕਿਉਂ ਨਹੀਂ ਹੈ? ਫਲਾਣੇ ਦਾ ਰੰਗ ਰੂਪ ਬੜਾ ਗੋਰਾ ਹੈ, ਪਰ ਮੇਰਾ ਕਿਉਂ ਨਹੀਂ ਹੈ? ਸੋ ਦੂਜਿਆਂ ਦੇ ਵੱਲ ਵੇਖ ਕੇ ਈਰਖਾ ਕਰਦਾ ਰਹਿੰਦਾ, ਰੱਬ ਨੂੰ ਕੋਸਦਾ ਰਹਿੰਦਾ, ਰੱਬਾ ਇਹ ਮੇਰੇ ਨਾਲ ਕੀ ਕੀਤਾ? ਸੋ ਮੈਨੂੰ ਆਨੰਦ ਨਹੀਂ ਆਇਆ ਇਹ ਸਰੀਰ ਲੈ ਕੇ। ਪਾਤਸ਼ਾਹ ਕਹਿੰਦੇ ਮਨਮੁਖਾਂ ਦੀਆਂ ਨਿਸ਼ਾਨੀਆਂ ਨੇ, ਨਾ ਉਹਨਾਂ ਦਾ ਮਨ ਧਨ ਦੇ ਉੱਪਰ ਟਿਕਦਾ ਤੇ ਨਾ ਹੀ ਉਹਨਾਂ ਦਾ ਮਨ ਸਰੀਰ ਦੇ ਉੱਪਰ ਟਿਕਦਾ ਹੈ। ਸੋ ਦੂਜਿਆਂ ਸਰੀਰਾਂ ਦੀ ਭਾਲ ਵਾਸਤੇ ਲੱਗਾ ਰਹਿੰਦਾ ਹੈ ਅਤੇ ਕਦੇ ਵੀ ਰੱਜ ਦੇ ਵਿੱਚ ਨਹੀਂ ਆਉਂਦਾ। ਸੋ ਇਹੋ ਜਿਹੇ ਜਿਹੜੇ ਮਨਮੁਖ ਨੇ ਉਹਨਾਂ ਨੂੰ ਮਨਮੁਖ ਕਿਹਾ ਜਾਂਦਾ ਹੈ। ਇਹ ਹੈ ਮਨਮੁਖ ਦੀ ਨਿਸ਼ਾਨੀ। ਸਿੱਧਾ ਕਿਸੇ ਨੂੰ ਮਨਮੁਖ ਆਖਾਂਗੇ ਉਹ ਗੁੱਸਾ ਕਰੇਗਾ, ਮੈਨੂੰ ਮਨਮੁਖ ਕਿਉਂ ਕਿਹਾ? ਪਰ ਮਨਮੁਖ ਉਹ ਹੈ ਜਿਹਦਾ ਮਨ ਵੀ ਨਹੀਂ ਰੱਜਿਆ ਧਨ ਦੇ ਵੱਲੋਂ, ਜਿਹਦਾ ਮਨ ਨਹੀਂ ਰੱਜਿਆ ਸਰੀਰ ਦੇ ਵੱਲੋਂ। ਇਹੋ ਜਿਹਾ ਨੂੰ ਫਿਰ ਧੀਰਜ ਨਹੀਂ ਪ੍ਰਾਪਤ ਹੁੰਦਾ ਤੇ ਉਹ ਫਿਰ ਵਾਰ-ਵਾਰ ਜਨਮਾਂ ਵਿੱਚ ਜਾਂਦੇ ਨੇ। ਕਦੇ ਇਸ ਜਨਮ ਦੇ ਵਿੱਚ ਚਲੇ ਗਏ, ਕਦੇ ਉਸ ਜਨਮ ਦੇ ਵਿੱਚ ਚਲੇ ਗਏ, ਕਦੇ ਪਸ਼ੂ ਬਣ ਗਏ, ਕਦੇ ਪੰਛੀ ਬਣ ਗਏ, ਕਦੇ ਬਨਸਪਤੀ ਵਿੱਚ ਬਣ ਕੇ ਫੁੱਲ ਬੂਟੇ ਪੈਦਾ ਹੋਏ। ਇਸ ਤਰ੍ਹਾਂ ਵਾਰ-ਵਾਰ ਜਨਮਾਂ ਵਿੱਚ ਆਉਂਦੇ ਹਨ। ਲਾਲਚ ਬਿਖ ਕਾਮ ਲੁਭਦ ਰਾਤਾ, ਮਨ ਵਿਸਰੇ ਪ੍ਰਭ ਹੀਰੇ। ਹੀਰਾ ਸ਼ੁੱਧ ਹੁੰਦਾ ਹੈ ਤੇ ਪ੍ਰਮਾਤਮਾ ਵੀ ਸ਼ੁੱਧ ਸਰੂਪ ਹੈ। ਜਦੋਂ ਆਪਾਂ ਪ੍ਰਮਾਤਮਾ ਦੀ ਵਿਚਾਰ ਕਰਦੇ ਹਾਂ ਤੇ ਪ੍ਰਮਾਤਮਾ ਸ਼ੁੱਧ ਹੈ, ਸਾਫ਼ ਹੈ, ਪ੍ਰਮਾਤਮਾ ਵਿੱਚ ਕੋਈ ਮਿਲਾਵਟ ਨਹੀਂ ਹੈ।
ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਖਿਆ ਨਾ ਵੀ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰਮਾਤਮਾ ਦੀ ਮੌਜ ਨਾਲ ਖਾਲਸਾ ਪੈਦਾ ਹੋਇਆ, ਤੇ ਖਾਲਸ ਨਾਮ ਸ਼ੁੱਧ ਦਾ ਹੀ ਹੈ, ਜਿਹਦੇ ਵਿੱਚ ਮੈਲ ਨਾ ਹੋਵੇ। ਹੁਣ ਪਰਮਾਤਮਾ ਦਾ ਪੁੱਤਰ ਆਖਿਆ ਗਿਆ ਖਾਲਸੇ ਨੂੰ, ਤੇ ਜੇ ਪਰਮਾਤਮਾ ਵਿੱਚ ਕੋਈ ਮੈਲ ਨਹੀਂ, ਪਰਮਾਤਮਾ ਹੀਰੇ ਵਰਗਾ ਸਾਫ਼ ਤੇ ਸ਼ੁੱਧ ਹੈ, ਤੇ ਪਰਮਾਤਮਾ ਦਾ ਪੁੱਤਰ ਫਿਰ ਖਾਲਸਾ ਵੀ ਸਾਫ਼ ਤੇ ਸ਼ੁੱਧ ਹੈ, ਇਹਦੇ ਵਿੱਚ ਵੀ ਕੋਈ ਮੈਲ ਨਹੀਂ ਹੈ। ਮਹਾਰਾਜ ਕਹਿੰਦੇ ਮਨ ਬਿਸਰੇ ਪ੍ਰਭ ਹੀਰੇ। ਉਹ ਪਰਮਾਤਮਾ ਜਿਹੜਾ ਹੀਰੇ ਵਰਗਾ ਸ਼ੁੱਧ ਸੀ ਨਾ, ਬੰਦੇ ਨੇ ਉਹਨੂੰ ਮਨ ਵਿੱਚੋਂ ਭੁਲਾ ਛੱਡਿਆ। ਸਾਨੂੰ ਇਹ ਗੱਲ ਕਹਿਣੀ ਪੈਂਦੀ ਹੈ, ਰੱਬ ਨੂੰ ਚੇਤੇ ਕਰ। ਕਦੇ ਕਿਸੇ ਨੂੰ ਇਹ ਗੱਲ ਨਹੀਂ ਨਾ ਆਪਾਂ ਕਹਿੰਦੇ ਫਲਾਣਿਆ ਰੋਟੀ ਨਹੀਂ ਖਾਧੀ ਚੇਤੇ ਕਰ, ਜਾਂ ਤੂੰ ਸਾਹ ਨਹੀਂ ਅੱਜ ਲਿਆ ਤੈਨੂੰ ਸਾਹ ਲੈਣਾ ਚਾਹੀਦਾ ਸੀ ਚੇਤੇ ਕਰ। ਨਹੀਂ, ਸਾਨੂੰ ਸਾਹ ਲੈਣਾ ਵੀ ਚੇਤੇ, ਆਪਣੇ ਆਪ ਸਾਹ ਆਉਂਦਾ ਪਿਆ। ਸਾਨੂੰ ਰੋਟੀ ਖਾਣੀ ਵੀ ਚੇਤੇ ਆ ਵੀ ਇੰਨੇ ਘੰਟੇ ਪਹਿਲਾਂ ਖਾਧੀ ਹੈ ਤੇ ਇੰਨੇ ਘੰਟੇ ਬਾਅਦ ਵਿੱਚ ਖਾਣੀ ਹੈ, ਪਰ ਨਹੀਂ ਚੇਤੇ ਤੇ ਇੱਕ ਪਰਮਾਤਮਾ ਨਹੀਂ ਚੇਤੇ, ਬਾਕੀ ਸਾਰਾ ਕੁਝ ਯਾਦ ਹੈ। ਮਹਾਰਾਜ ਕਹਿਣ ਲੱਗੇ ਮਨ ਬਿਸਰੇ ਪ੍ਰਭ ਹੀਰੇ। ਉਹ ਜਿਹੜਾ ਹੀਰੇ ਵਰਗਾ ਸ਼ੁੱਧ ਸੀ ਨਾ ਪਰਮਾਤਮਾ, ਉਹ ਬੰਦਿਆ ਤੇਰੇ ਮਨ ਵਿੱਚੋਂ ਭੁੱਲ ਗਿਆ, ਤੈਨੂੰ ਯਾਦ ਕੋਈ ਨਹੀਂ ਆਉਂਦਾ। ਅਲਾਰਮ ਲਾ ਕੇ ਸੌਂ ਜਾਂਦਾ, ਸਵੇਰੇ ਉੱਠਾਂਗਾ ਰੱਬ ਨੂੰ ਯਾਦ ਕਰਾਂਗਾ। ਸਵੇਰ ਚੜ੍ਹ ਗਈ ਹੈ, ਅਲਾਰਮ ਬੋਲਿਆ ਜ਼ਰੂਰ ਹੈ, ਕਹਿਣ ਲੱਗਾ ਚਲੋ ਅੱਜ ਰਹਿਣ ਦਿੰਦੇ ਹਾਂ, ਕੱਲ੍ਹ ਨੂੰ ਯਾਦ ਕਰ ਲਵਾਂ। ਉਹ ਕੱਲ੍ਹ ਵਾਲਾ ਸਮਾਂ ਆਉਂਦਾ ਹੀ ਨਹੀਂ ਰੱਬ ਨੂੰ ਯਾਦ ਕਰਨ ਵਾਲਾ। ਪਾਤਸ਼ਾਹ ਕਹਿਣ ਲੱਗੇ ਭਾਈ ਉਹ ਜਿਹੜਾ ਰੱਬ ਦਾ ਨਾਮ ਹੈ ਉਹਨੂੰ ਯਾਦ ਕਰ। ਕਾਲ ਕਰੰਤਾ ਅਵਹਿ ਕਰ, ਅਵਹਿ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੈ ਕਾਲ। ਸੋ ਅੱਜ ਕੱਲ੍ਹ ਕਰਦਿਆਂ ਮੌਤ ਆ ਜਾਣੀ ਹੈ, ਪਰ ਰੱਬ ਦਾ ਨਾਮ ਨਹੀਂ ਯਾਦ ਆਇਆ। ਜਦੋਂ ਮੌਤ ਆਵੇਗੀ ਫਿਰ ਉਹਨੇ ਸਮਾਂ ਕੋਈ ਨਹੀਂ ਦੇਣਾ, ਫਿਰ ਉਹ ਸਮਾਂ ਹੱਥੋਂ ਨਿਕਲ ਗਿਆ ਹੈ। ਸੋ ਪਰਮਾਤਮਾ ਭੁੱਲ ਗਿਆ ਹੈ। ਤੇ ਲਾਲਚ ਬਿਖ ਕਾਮ ਲੁਬਧ ਰਾਤਾ। ਇਹ ਜਿਹੜਾ ਬੰਦਾ ਹੈ ਨਾ ਲਾਲਚ ਵਿੱਚ ਪੈ ਕੇ, ਲਾਲਚ ਕਾਹਦਾ? ਵਿਸ਼ਿਆਂ ਵਕਾਰਾਂ ਦਾ, ਸਰੀਰਾਂ ਨੂੰ ਭੋਗਣ ਦਾ। ਲਾਲਚ ਕਾਹਦਾ ਹੈ? ਧਨ ਦਾ। ਲਾਲਚ ਕਾਹਦਾ ਹੈ? ਦੁਨੀਆ ਦਾ। ਮਹਾਰਾਜ ਕਹਿੰਦੇ ਦੁਨੀਆ ਦੇ ਲਾਲਚ ਵਿੱਚ ਪੈ ਕੇ, ਵਿਸ਼ੇ ਵਕਾਰਾਂ ਦੇ ਵਿੱਚ ਗ੍ਰਸਤ ਹੋਇਆ ਬੰਦਾ, ਇਹਦੀ ਕਦੇ ਵੀ ਕਾਮਨਾ ਪੂਰੀ ਨਹੀਂ ਹੁੰਦੀ ਹੈ, ਕਦੇ ਵੀ ਇਹਨੂੰ ਸੰਤੋਖ ਨਹੀਂ ਆਉਂਦਾ, ਕਦੇ ਵੀ ਨਹੀਂ ਰੱਜਿਆ। ਭਾਵੇਂ ਸੂਟ 10 ਨੇ ਕੋਲ ਤੇ ਭਾਵੇਂ 100 ਹੈ, 100 ਨੇ ਤੇ ਤਾਂ ਵੀ ਘੱਟ ਹੈ, 10 ਹੈ ਤੇ ਤਾਂ ਵੀ ਘੱਟ। ਨਾ ਸੂਟਾਂ ਨਾਲ ਰੱਜਦਾ, ਨਾ ਮਾਇਆ ਨਾਲ ਰੱਜਦਾ, ਨਾ ਘਰ-ਬਾਰ ਦੇ ਨਾਲ ਰੱਜਦਾ, ਨਾ ਪਦਾਰਥਾਂ ਦੇ ਨਾਲ ਰੱਜਦਾ। ਇਹ ਮਨਮੁਖ ਬੰਦੇ ਦੀ ਨਿਸ਼ਾਨੀ ਹੈ, ਉਹਦੀ ਕਾਮਨਾ ਕਦੇ ਪੂਰੀ ਨਹੀਂ ਹੁੰਦੀ। ਲਾਲਚ ਵਿੱਚ ਲੱਗਾ ਹੋਇਆ, ਰੱਬ ਨੂੰ ਭੁਲਾ ਹੀ ਛੱਡਦਾ, ਰੱਬ ਨੂੰ ਚੇਤੇ ਨਹੀਂ ਕਰਦਾ। ਐਸੀ ਹਾਲਤ ਬਣੀ ਹੋਈ ਹੈ। ਰਹਾਉ ਬਿਖ ਫਲ ਮੀਠ ਲਗੇ ਮਨ ਬਉਰੇ, ਚਾਰ ਵਿਚਾਰ ਨਾ ਜਨਿਆ। ਰਹਾਉ ਵਿਸਰਾਮ ਨੂੰ ਕਹਿੰਦੇ ਨੇ, ਟਿਕਾ ਨੂੰ ਕਹਿੰਦੇ ਨੇ। ਰਹਾਉ ਦਾ ਬੰਦ ਬਖਸ਼ਿਸ਼ ਕਰਕੇ ਮਹਾਰਾਜ ਫਰਮਾਉਂਦੇ ਨੇ ਚਾਰ ਵਿਚਾਰ। ਚਾਰ ਨਾਮ ਸੁੰਦਰ ਦਾ ਹੈ। ਸੁੰਦਰ ਵਿਚਾਰ ਕਿਹੜੀ ਹੈ? ਰੱਬ ਨੂੰ ਮਿਲਣ ਦੀ। ਉਹ ਨਹੀਂ ਜਾਣੀ ਕਦੇ ਵੀ। ਜੇ ਕਿਤੇ ਚੰਗੀਆਂ ਗੱਲਾਂ ਹੁੰਦੀਆਂ, ਚੰਗੇ ਵਿਚਾਰ ਹੁੰਦੇ, ਤੇ ਕਹਿੰਦਾ ਮੈਨੂੰ ਨੀਂਦ ਆਉਂਦੀ ਹੈ, ਮੈਂ ਨਹੀਂ ਸੁਣ ਸਕਦਾ। ਆਪਾਂ ਆਮ ਹੀ ਵੇਖਦੇ ਹਾਂ, ਅਸੀਂ ਭਾਵੇਂ ਸਾਰੀ ਰਾਤ ਟੀਵੀ ਵੇਖਦੇ ਰਹੀਏ, ਮੋਬਾਈਲ ਦੇ ਉੱਪਰ ਗੇਮ ਖੇਡਦੇ ਰਹੀਏ, ਨੀਂਦ ਕਦੇ ਨਹੀਂ ਆਵੇ। ਪਰ ਜੇ ਕਿਤੇ ਹੱਥ ਵਿੱਚ ਗੁਟਕਾ ਸਾਹਿਬ ਆ ਜਾਵੇ, ਪਾਠ ਕਰਨ ਲੱਗ ਪਈਏ, ਤੇ ਫਿਰ ਭਾਵੇਂ ਹੁਣੇ ਹੀ ਸੁੱਤੇ ਉੱਠੇ ਹੋਈਏ ਤਾਂ ਵੀ ਦੁਬਾਰਾ ਨੀਂਦ ਆਉਂਦੀ ਹੈ। ਮਹਾਰਾਜ ਕਹਿੰਦੇ ਹਾਲਤ ਇਹੋ ਜਿਹੀ ਹੈ ਕਿ ਇਹ ਜਿਹੜਾ ਬੰਦਾ ਹੈ ਨਾ, ਸੁੰਦਰ ਵਿਚਾਰ ਨੂੰ ਸੁਣਨੀ ਨਹੀਂ ਚਾਹੁੰਦਾ, ਕਿਉਂਕਿ ਗੁਰੂ ਦੀ ਬਾਣੀ ਸੁੰਦਰ ਵਿਚਾਰ ਹੈ, ਜਿਹਨੇ ਤੈਨੂੰ ਰੱਬ ਦੇ ਨਾਲ ਜੋੜਨਾ ਹੈ। ਉਹ ਸੁੰਦਰ ਵਿਚਾਰ ਨੂੰ ਇਸਨੇ ਜਾਣਿਆ ਨਹੀਂ, ਤੇ ਇਸ ਕਰਕੇ ਬਿਖ ਫਲ ਮੀਠ ਲੱਗੇ। ਇਹ ਜਿਹੜੇ ਵਕਾਰਾਂ ਦੇ ਫਲ ਨੇ ਸਾਨੂੰ ਬੜੇ ਮਿੱਠੇ ਲੱਗਦੇ, ਚੰਗੇ ਲੱਗਦੇ ਨੇ, ਪਰ ਸਾਨੂੰ ਇਹ ਨਹੀਂ ਨਾ ਪਤਾ ਵੀ ਇਹ ਵਕਾਰਾਂ ਦੇ ਫਲ ਅੱਗੇ ਜਾ ਕੇ ਇਹਨਾਂ ਦਾ ਫਲ ਵੀ ਭੋਗਣਾ ਪਵੇਗਾ। ਇਸ ਵੇਲੇ ਤੇ ਬੜਾ ਚੰਗਾ ਲੱਗਦਾ ਹੈ, ਚੰਗਾ ਚੰਗਾ ਖਾਣਾ ਜਿਹੜਾ ਗੁਰੂ ਨੇ ਰੋਕਿਆ ਉਹ ਵੀ ਖਾਣਾ ਬੜਾ ਚੰਗਾ ਲੱਗਦਾ ਹੈ। ਚੰਗਾ ਚੰਗੇ ਵਸਤਰ ਪਾਉਣੇ ਜਿਹੜੇ ਗੁਰੂ ਰੋਕਦਾ ਉਹ ਵੀ ਪਾਉਣੇ ਬੜੇ ਚੰਗੇ ਲੱਗਦੇ। ਗੁਰੂ ਰੋਕਦਾ ਸਰੀਰਾਂ ਦਾ ਭੋਗ ਕਰਨਾ, ਉਹ ਵੀ ਕਰਨਾ ਬੜਾ ਚੰਗਾ ਲੱਗਦਾ ਹੈ। ਮਹਾਰਾਜ ਕਹਿਣ ਲੱਗੇ ਬਿਖ ਫਲ ਮੀਠੇ ਲਾਗੇ। ਜਿਹੜੇ ਵਕਾਰਾਂ ਦੇ ਫਲ ਹੈ ਤੇ ਕੌੜੇ ਸਨ, ਪਰ ਇਹਨੂੰ ਚੰਗੇ ਲੱਗਦੇ ਪਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ, ਕਹਿਣ ਲੱਗੇ ਜਿਵੇਂ ਸਾਗ ਦੀ ਗੰਦਲ ਹੁੰਦੀ ਹੈ ਨਾ, ਉਹਦੇ ਵਿੱਚ ਜ਼ਹਿਰ ਭਰਿਆ ਹੋਵੇ, ਤੇ ਗੰਦਲ ਦੇ ਬਾਹਰ ਲਾ ਦਈਏ ਆਪਾਂ ਖੰਡ ਜਾਂ ਮਿੱਠਾ ਸ਼ੱਕਰ ਲਾ ਦਈਏ, ਤੇ ਕਿਸੇ ਬੰਦੇ ਨੂੰ ਆਖੀਏ ਵੀ ਆਹ ਸਾਗ ਦੀ ਗੰਦਲ ਖਾ ਲਾ,
ਉਹ ਜਦੋਂ ਮੂੰਹ ਵਿੱਚ ਪਾਵੇਗਾ ਉਹ ਗੰਦਲ ਬੜੀ ਮਿੱਠੀ ਲੱਗੇਗੀ, ਕਿਉਂਕਿ ਉਸ ਨੂੰ ਮਿੱਠਾ ਲੱਗਾ ਹੋਇਆ। ਪਰ ਇਹ ਨਹੀਂ ਪਤਾ ਵੀ ਇਸ ਗੰਦਲ ਦੇ ਵਿੱਚ ਜ਼ਹਿਰ ਭਰੀ ਹੋਈ ਹੈ, ਮੇਰੇ ਅੰਦਰ ਜਾਵੇਗੀ ਤੇ ਮੈਨੂੰ ਮਾਰ ਦੇਵੇਗੀ। ਮਹਾਰਾਜ ਕਹਿੰਦੇ ਭਾਈ ਪਿਆਰਿਆ, ਇਸੇ ਤਰ੍ਹਾਂ ਇਹ ਜਿਹੜੇ ਸਰੀਰ ਨੇ ਨਾ, ਇਹ ਵੀ ਉਹ ਗੰਦਲਾਂ ਹੀ ਨੇ। ਇਹ ਬਾਹਰੋਂ ਬੜੇ ਸੋਹਣੇ ਰੱਬ ਨੇ ਬਣਾਏ ਨੇ, ਲਿੰਬ ਪੋਚ ਕੇ ਉਸ ਮਿੱਠੇ ਦੇ ਵਾਂਗ, ਪਰ ਜਦੋਂ ਤੂੰ ਇਹਨਾਂ ਦੇ ਭੋਗ ਨੂੰ ਭੋਗੇਂਗਾ ਤੇ ਤੂੰ ਨਰਕਾਂ ਦੇ ਟੋਏ ਵਿੱਚ ਡਿੱਗ ਪਵੇਂਗਾ। ਮਹਾਰਾਜ ਕਹਿਣ ਲੱਗੇ, ਬਿਖ ਫਲ ਮੀਠ ਲੱਗੇ ਮਨ ਬੌਰੇ। ਮਨ ਬੌਰੇ, ਬੌਰੇ ਨਾਮ ਝੱਲੇ ਦਾ ਹੈ, ਜਿਸ ਨੂੰ ਆਪਾਂ ਕਹਿੰਦੇ ਵੀ ਇਹਦਾ ਦਿਮਾਗ ਹਿੱਲ ਗਿਆ, ਝੱਲਾ ਹੋ ਗਿਆ, ਮਸਤਾਨਾ ਹੋ ਗਿਆ। ਪਾਤਸ਼ਾਹ ਕਹਿੰਦੇ, ਉਹ ਮਸਤਾਨਿਆਂ ਦੀਵਾਨਿਆਂ, ਐ ਮਨਾ ਤੈਨੂੰ ਵਕਾਰਾਂ ਦੇ ਫਲ ਤੇ ਮਿੱਠੇ ਲੱਗਦੇ ਪਏ, ਪਰ ਜਿਹੜਾ ਪਰਮਾਤਮਾ ਸੀ ਨਾ, ਹੀਰੇ ਵਰਗਾ ਸ਼ੁੱਧ, ਉਹ ਤੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਹੈ। ਕੌਣ ਤੇ ਪ੍ਰੀਤ ਵੱਡੀ ਅਨਭਾਂਤੀ, ਜਨਮ ਮਰਨ ਫਿਰ ਤਾਨਿਆ। ਵਿਸ਼ੇ ਵਕਾਰਾਂ ਦੀ ਪ੍ਰੀਤੀ ਮਨ ਵਿੱਚ ਵੱਧ ਗਈ ਹੈ। ਮਹਾਰਾਜ ਕਹਿਣ ਲੱਗੇ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਸੋ ਜਦੋਂ ਤੋਂ ਆਉਂਦਾ ਨਾ ਨਾਮ ਦਾ ਵੇਲਾ, ਉਦੋਂ ਤੇ ਆਖਦਾ ਵੀ ਨਹੀਂ ਮੈਨੂੰ ਉਠਾਓ ਨਾ, ਮੇਰੇ ਸੌਣ ਦਾ ਟਾਈਮ ਹੈ। ਰਜਾਈ ਨੂੰ ਉੱਪਰ ਲੈ ਕੇ ਹੋਰ ਉਹਦੇ ਵਿੱਚ ਵੜ ਜਾਂਦਾ ਹੈ, ਕੰਬਲ ਖੇਸ ਲੈ ਕੇ ਉਹਦੇ ਵਿੱਚ ਹੋਰ ਇਕੱਠਾ ਹੋ ਜਾਂਦਾ, ਨਹੀਂ ਉਠਾਓ ਨਾ, ਮੇਰਾ ਉੱਠਣ ਨੂੰ ਜੀ ਨਹੀਂ ਕਰਦਾ। ਨਾਮ ਕੀ ਬੇਲਾ, ਜਦੋਂ ਨਾਮ ਦਾ ਸਮਾਂ ਸੀ ਨਾ, ਪੈ ਪੈ ਸੋਇਆ, ਉਦੋਂ ਸੁੱਤਾ ਰਿਹਾ ਪੈ ਪੈ ਕੇ ਮੰਜੇ ਤੇ। ਜਾਂ ਪੈ ਨਾਮ ਦੁੱਧ ਦਾ ਵੀ ਹੈ, ਦੁੱਧ ਵਰਗੇ ਮਿੱਠੇ ਪਦਾਰਥ, ਤਾਕਤ ਵਾਲੇ ਪਦਾਰਥ ਕਹਿੰਦਾ ਖਾਣ ਨੂੰ ਦੇ ਦਿਓ, ਪਰ ਮੈਨੂੰ ਉਠਾਓ ਨਾ ਮੰਜੇ ਤੋਂ, ਮੈਨੂੰ ਨਾਮ ਜਪਣ ਵੱਲ ਨਾ ਆਖੋ। ਸੋ ਨਾਮ ਕੀ ਬੇਲਾ ਪੈ ਪੈ ਸੋਇਆ, ਪਰ ਬੁਰੇ ਕਾਮ ਕੋ ਊਠ ਖਲੋਇਆ। ਜਦੋਂ ਕੋਈ ਮਾੜਾ ਕੰਮ ਕਰਨ ਜਾਣਾ, ਕਿਸੇ ਦੇ ਘਰ ਦੀ ਕੰਧ ਟੱਪਣੀ ਹੈ, ਕਿਸੇ ਦਾ ਘਰ ਦਾ ਜੰਦਰਾ ਤੋੜਨਾ, ਉਸ ਵੇਲੇ ਕਹਿੰਦਾ ਵੀ ਹੁਣ ਤੇ ਮੈਨੂੰ ਨੀਂਦ ਆਉਂਦੀ ਨਹੀਂ ਹੈ, ਮੈਨੂੰ ਉਠਾਉਣ ਦੀ ਲੋੜ ਨਹੀਂ, ਮੈਂ ਤੇ ਬੜਾ ਚੁਕੰਨਾ ਹਾਂ, ਮੈਂ ਤੇ ਬੜਾ ਹੁਸ਼ਿਆਰ ਹਾਂ। ਐਸੀ ਹਾਲਤ ਮਨਮੁਖ ਬੰਦਿਆਂ ਦੀ ਹੈ। ਜਦੋਂ ਤੇ ਮਾੜਾ ਕੰਮ ਕਰਨਾ ਉਦੋਂ ਬੜਾ ਸਾਵਧਾਨ ਹੈ, ਜਦੋਂ ਚੰਗਾ ਕੰਮ ਕਰਨਾ ਉਦੋਂ ਨੀਂਦ ਆਉਂਦੀ ਹੈ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਹਿਣ ਲੱਗੇ, ਗੁਣ ਤੇ ਪ੍ਰੀਤ ਬੜੀ ਅਨਭਾਤੀ। ਹੋਰਾਂ ਵਿਸ਼ੇ ਵਕਾਰਾਂ ਦੀ ਜਿਹੜੀ ਪ੍ਰੀਤੀ ਹੈ ਮਨ ਵਿੱਚ ਬੜੀ ਵਧੀ ਹੋਈ ਹੈ, ਬੜੇ ਚੰਗੇ ਲੱਗਦੇ ਨੇ, ਪਰ ਜਦੋਂ ਮਾੜੇ ਕਰਮ ਕਰੇਗਾ, ਜਨਮ ਮਰਨ ਫਿਰ ਤਾਨਿਆ, ਉਹ ਪਰਮਾਤਮਾ ਤੈਨੂੰ ਜੰਮਣ ਤੇ ਮਰਨ ਦੇ ਗੇੜ ਦੇ ਵਿੱਚ ਤਾਣਿਆਂ ਪਾ ਦੇਵੇਗਾ। ਇੱਕ ਪਾਸਿਓਂ ਜੰਮ ਕੇ ਨਿਕਲੇਗਾ, ਜਨਮ ਭੋਗੇਗਾ, ਫਿਰ ਦੂਜੇ ਜਨਮ ਦੇ ਵਿੱਚ ਸੁੱਟਿਆ ਜਾਏਗਾ, ਤੀਜੇ ਜਨਮ ਦੇ ਵਿੱਚ ਸੁੱਟਿਆ ਜਾਏਗਾ। ਅੱਜ ਤੇ ਤੈਨੂੰ ਵਕਾਰ ਚੰਗੇ ਲੱਗਦੇ, ਤੇਰੀ ਮਰਜ਼ੀ ਹੈ, ਤੈਨੂੰ ਕੋਈ ਰੋਕ ਨਹੀਂ ਸਕਦਾ, ਤੂੰ ਵਕਾਰਾਂ ਨੂੰ ਭੋਗ ਲੈ, ਪਰ ਜਦੋਂ ਇਹਨਾਂ ਦੀ ਸਜ਼ਾ ਮਿਲਣੀ ਹੈ, ਫਿਰ ਤੈਨੂੰ ਜਨਮ ਤੇ ਮਰਨ ਵਿੱਚ ਪਾਇਆ ਜਾਏਗਾ। ਇੱਕ ਜਨਮ ਤੋਂ ਦੂਜਾ, ਦੂਜੇ ਤੋਂ ਤੀਜਾ, ਇਸ ਤਰ੍ਹਾਂ 84 ਲੱਖ ਜੂਨਾਂ ਵਿੱਚ ਤਾਣਿਆ ਕਹੀਏ ਤੈਨੂੰ ਖਿੱਚਿਆ ਜਾਵੇਗਾ। ਆਪਾਂ ਆਖਦੇ ਨਾ ਵੀ ਆਹ ਚੀਜ਼ ਤਾਣ ਦਿਓ, ਤਾਣ ਤੋਂ ਭਾਵ ਹੁੰਦਾ ਵੀ ਖਿੱਚ ਕੇ ਬੰਨ੍ਹ ਦਿਓ। ਜਿਵੇਂ ਕੋਈ ਕਨਾਤ ਹੈ, ਕੋਈ ਤੰਬੂ ਹੈ, ਉਹਨੂੰ ਤਾਣ ਕੇ ਬੱਧਾ ਜਾਂਦਾ, ਖਿੱਚ ਕੇ ਬੱਧਾ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਪਿਆਰਿਆ, ਤੈਨੂੰ ਵੀ ਜਨਮਾਂ ਵਿੱਚ ਖਿੱਚਿਆ ਜਾਵੇਗਾ, ਇੱਕ ਜਨਮ ਤੋਂ ਦੂਜਾ, ਦੂਜੇ ਤੋਂ ਤੀਜਾ, ਐਸੀ ਤੇਰੀ ਹਾਲਤ ਹੋਣੀ ਹੈ। ਜੁਗਤ ਜਾਨ ਨਹੀਂ ਹਿਰਦੈ ਨਿਵਾਸੀ, ਜਲਤ ਜਾਲ ਜਮ ਫੰਦ ਪਰੇ। ਮਹਾਰਾਜ ਕਹਿਣ ਲੱਗੇ, ਪ੍ਰਮਾਤਮਾ ਦੇ ਨਾਲ ਜੁੜਨ ਦੀ ਜੁਗਤੀ ਨਹੀਂ ਜਾਣੀ ਹੈ, ਰੱਬ ਦੇ ਨਾਲ ਕਿਵੇਂ ਜੁੜਨਾ ਇਹ ਨਹੀਂ ਜਾਣਿਆ। ਅਸੀਂ ਪੜ੍ਹਦੇ ਹਾਂ, ਸਕੂਲ ਦੇ ਵਿੱਚ ਜਾਂਦੇ ਹਾਂ, ਯੂਨੀਵਰਸਿਟੀ ਵਿੱਚ ਜਾਂਦੇ ਹਾਂ, ਕਾਲਜ ਵਿੱਚ ਜਾਂਦੇ ਹਾਂ, ਉੱਥੋਂ ਅਸੀਂ ਜਾਣਦੇ ਹਾਂ ਵੀ ਅਸੀਂ ਇਹ ਨੌਕਰੀ ਕਿਵੇਂ ਕਰਨੀ ਹੈ ਜਾਂ ਇਹਦੇ ਵਿੱਚ ਕੰਮ ਕਿਵੇਂ ਕਰਨਾ ਹੈ, ਸਿੱਖ ਲੈਂਦੇ ਹਾਂ ਜ਼ਰੂਰ। ਵੱਡੇ ਅਫਸਰ ਬਣ ਜਾਂਦੇ ਹਾਂ, ਜਹਾਜ਼ ਉਡਾਉਣਾ ਆ ਜਾਂਦਾ ਹੈ, ਕਾਨੂੰਨ ਪੜ੍ਹਨਾ ਆ ਜਾਂਦਾ ਹੈ, ਕਾਨੂੰਨ ਦੇ ਮੁਤਾਬਕ ਦੁਨੀਆ ਚਲਾਉਣੀ ਆ ਜਾਂਦੀ ਹੈ। ਇਹ ਸਭ ਕੁਝ ਤੇ ਅਸੀਂ ਜਾਣ ਲਿਆ, ਪੜ੍ਹ ਲਿਆ ਹੈ, ਪਰ ਕਦੇ ਕਿਸੇ ਨੇ ਇਹ ਜਾਣਿਆ ਵੀ ਰੱਬ ਨੂੰ ਕਿਵੇਂ ਮਿਲੀਦਾ। ਸਾਨੂੰ ਤੇ ਹਾਲੇ ਤੱਕ ਮੱਥਾ ਟੇਕਣਾ ਨਹੀਂ ਆਇਆ ਵੀ ਮੱਥਾ ਕਿਵੇਂ ਟੇਕੀਦਾ। ਸਾਨੂੰ ਤੇ ਹਾਲੇ ਤੱਕ ਇੰਨਾ ਨਹੀਂ ਪਤਾ ਲੱਗਾ ਵੀ ਗੁਰੂ ਦਰਬਾਰ ਵਿੱਚ ਬੈਠੀਦਾ ਕਿਵੇਂ ਹੈ, ਤੇ ਰੱਬ ਨੂੰ ਜਾਣਨਾ ਤੇ ਦੂਰ ਦੀ ਗੱਲ ਹੈ। ਦੁਨੀਆ ਦੀਆਂ ਗੱਲਾਂ ਜਾਣਨ ਵਾਸਤੇ ਸਕੂਲ ਜਾਂਦਾ ਹੈ, ਟਿਊਸ਼ਨ ਰੱਖ ਲੈਂਦਾ ਹੈ, ਬੜੀ ਬੜੀ ਪੜ੍ਹਾਈ ਕਰਦਾ, ਦਿਨੇ ਰਾਤ ਜਾਗਦਾ ਵੀ ਦੁਨੀਆ ਦੀ ਸੋਝੀ ਮੈਨੂੰ ਆ ਜਾਵੇ, ਦੁਨੀਆ ਦੀ ਡਿਗਰੀ ਮੇਰੇ ਕੋਲ ਹੋਵੇ, ਗਿਆਨ ਹੋਵੇ, ਪਰ ਇਹ ਨਹੀਂ ਜਾਣਦਾ ਵੀ ਪ੍ਰਮਾਤਮਾ ਨੂੰ ਮਿਲਣ ਦਾ ਵੀ ਇੱਕ ਗਿਆਨ ਮੈਨੂੰ ਹੋਣਾ ਚਾਹੀਦਾ। ਅਸੀਂ ਤੇ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹੋਈਏ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਉਹਨਾਂ ਅਰਦਾਸ ਹੁੰਦੀ ਪਈ ਹੈ ਕਿ ਮੁੱਖ ਵਾਕ ਹੁੰਦਾ ਪਿਆ, ਹੁਣ ਚੁੱਪ ਕਰਕੇ ਬੈਠਣਾ ਜਾਂ ਖੜੇ ਹੋਣਾ। ਸਾਡੇ ਬੱਚੇ ਭੱਜੇ ਫਿਰਨਗੇ ਇੱਧਰ ਉੱਧਰ ਦੀਵਾਨ ਦੇ ਵਿੱਚ, ਸਾਡੇ ਮੋਬਾਈਲ ਦੀ ਘੰਟੀ ਵੱਜਦੀ ਰਹੇਗੀ ਉਸ ਵੇਲੇ ਵੀ। ਸੋ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਰਵਾਂਗੇ।
ਇੱਧਰੋਂ ਮੁੱਖ ਵਾਕ ਪੜ੍ਹਿਆ ਜਾ ਰਿਹਾ ਗੁਰੂ ਦਾ ਉਪਦੇਸ਼, ਉਧਰੋਂ ਅਸੀਂ ਲਗਾਤਾਰ ਲਾਈਨ ਲਾ ਕੇ ਵਾਰ-ਵਾਰ ਚੱਕਰ ਵੀ ਕੱਢਾਂਗੇ, ਮੱਥਾ ਵੀ ਟੇਕੀ ਜਾਵਾਂਗੇ। ਸਾਨੂੰ ਇੰਨੀ ਸਮਝ ਨਹੀਂ ਆਈ ਵੀ ਮੁੱਖ ਵਾਕ ਸੁਣਨ ਵਾਸਤੇ ਹੈ। ਮੈਂ ਗੁਰੂ ਦਰਬਾਰ ਵਿੱਚ ਆ ਗਿਆ, ਮੈਂ ਬੈਠ ਜਾਵਾਂ, ਪਹਿਲਾਂ ਸੁਣ ਲਵਾਂ ਵੀ ਗੁਰੂ ਕੀ ਕਹਿ ਰਿਹਾ ਹੈ, ਉਸ ਤੋਂ ਬਾਅਦ ਵਿੱਚ ਮੈਂ ਮੱਥਾ ਟੇਕ ਲਵਾਂਗਾ। ਸਾਨੂੰ ਤੇ ਹਾਲੇ ਇੰਨਾ ਗਿਆਨ ਨਹੀਂ ਆਇਆ। ਰੱਬ ਨੂੰ ਮਿਲਣਾ ਤੇ ਦੂਰ ਦੀ ਗੱਲ ਹੈ, ਪਰ ਹਰੇਕ ਬੰਦਾ ਧਰਮ ਦਾ ਠੇਕੇਦਾਰ ਬਣਿਆ, ਕਹਿੰਦਾ ਵੀ ਮੇਰੇ ਜਿੰਨਾ ਗਿਆਨ ਤੇ ਦੂਜੇ ਨੂੰ ਹੈ ਹੀ ਨਹੀਂ ਹੈ। ਜਿਹਨੂੰ ਕੋਈ ਨਹੀਂ ਕਿਤੇ ਪੁੱਛਦਾ ਉਹ ਵੀ ਆ ਕੇ ਕਹਿੰਦਾ ਵੀ ਮੈਨੂੰ ਬੜਾ ਗਿਆਨ ਹੈ, ਮੇਰੇ ਕੋਲੋਂ ਲੈ ਲਵੋ। ਪਾਤਸ਼ਾਹ ਕਹਿਣ ਲੱਗੇ, ਭਾਈ ਜੁਗਤ ਜਾਣ ਨਹੀਂ ਹਿਰਦੇ ਵਿਚਾਰੀ। ਰੱਬ ਨੂੰ ਮਿਲਣ ਦੀ ਜੁਗਤੀ ਤੇ ਜਾਣੀ ਨਹੀਂ ਹੈ ਵੀ ਰੱਬ ਨੂੰ ਮਿਲਣਾ ਕਿਵੇਂ ਹੈ, ਨਾ ਕੋਈ ਹਿਰਦੇ ਵਿੱਚ ਵਿਚਾਰ ਕੀਤੀ ਹੈ ਵੀ ਕਿਵੇਂ ਮਿਲਿਆ ਜਾਂਦਾ ਹੈ। ਜਲਤ ਜਾਲ ਜਮ ਫੰਦ ਪਰੇ, ਜਾਲ ਨਾਮ ਜਵਾਲਾ ਦਾ, ਤੇ ਜਵਾਲਾ ਗੁਰਮੁਖੋ ਕਹਿੰਦੇ ਨੇ ਅੱਗ ਨੂੰ। ਮਹਾਰਾਜ ਕਹਿੰਦੇ ਵਕਾਰਾਂ ਦੀ ਅੱਗ ਜਾਂ ਪਦਾਰਥਾਂ ਦੇ ਤ੍ਰਿਸ਼ਨਾ ਦੀ ਅੱਗ ਤੇਰੇ ਅੰਦਰ ਬਲਦੀ ਪਈ ਹੈ। ਅੱਗ ਦੇ ਵਿੱਚ ਜਿੰਨੀਆਂ ਮਰਜ਼ੀ ਲੱਕੜਾਂ ਸੁੱਟ ਦਿਓ, ਸਾਰੀ ਦੁਨੀਆ ਦੀ ਲੱਕੜ ਵੱਢ ਕੇ ਅੱਗ ਦੇ ਵਿੱਚ ਰੱਖ ਦਿਓ, ਪਰ ਅੱਗ ਨੇ ਇਹ ਨਹੀਂ ਕਹਿਣਾ ਵੀ ਮੈਂ ਰੱਜ ਗਈ ਹਾਂ, ਬਸ ਹੋਰ ਨਾ ਲੱਕੜਾਂ ਪਾਓ। ਅੱਗ ਕਦੇ ਨਹੀਂ ਕਹਿੰਦੀ ਮੈਂ ਰੱਜੀ ਹਾਂ। ਸਾਰੀ ਦੁਨੀਆ ਦੀਆਂ ਲੱਕੜਾਂ ਖਾ ਕੇ ਵੀ ਅੱਗ ਭੁੱਖੀ ਦੀ ਭੁੱਖੀ ਹੈ। ਮਹਾਰਾਜ ਕਹਿੰਦੇ ਬੰਦਿਆ ਇਸੇ ਤਰ੍ਹਾਂ ਤੇਰੇ ਅੰਦਰ ਪਦਾਰਥਾਂ ਦੀ ਅੱਗ ਲੱਗੀ ਹੋਈ ਹੈ, ਤ੍ਰਿਸ਼ਨਾ ਦੀ ਅੱਗ ਲੱਗੀ ਹੈ। ਜਿੰਨੇ ਮਰਜ਼ੀ ਤੇਰੇ ਕੋਲ ਪਦਾਰਥ ਆ ਜਾਣ, ਪਰ ਤੇਰੇ ਮਨ ਨੇ ਕਦੇ ਨਹੀਂ ਕਹਿਣਾ ਵੀ ਮੈਂ ਰੱਜ ਗਿਆ। ਕਦੇ ਅੱਗ ਨੇ ਵੀ ਆਖਿਆ ਵੀ ਮੈਂ ਲੱਕੜਾਂ ਤੋਂ ਰੱਜ ਗਈ ਹਾਂ, ਤੇ ਮਨ ਕਿਵੇਂ ਕਵੇਗਾ। ਜਲਤ ਜਾਲ, ਇਹ ਤੇਰਾ ਮਨ ਜਿਹੜਾ ਹੈ ਵਕਾਰਾਂ ਦੀ ਅੱਗ ਦੇ ਵਿੱਚ, ਪਦਾਰਥਾਂ ਦੀ ਅੱਗ ਦੇ ਵਿੱਚ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਾਲ ਕਹੀਏ ਸੜਦਾ ਪਿਆ ਅੱਗ ਦੇ ਵਾਂਗ। ਤੇ ਪਾਤਸ਼ਾਹ ਕਹਿੰਦੇ ਫਿਰ ਕੀ ਹੋਵੇਗਾ। ਜਮ ਫੰਦ ਭਰੇ, ਜਦੋਂ ਸਮਾਂ ਆ ਗਿਆ ਨਾ ਫਿਰ ਜਮਾਂ ਨੇ ਆ ਜਾਣਾ ਫਾਹੀ ਲੈ ਕੇ, ਤੇਰੇ ਗਲ ਵਿੱਚ ਫਾਇਆ ਪਾ ਕੇ ਉਹਨਾਂ ਨੇ ਤੇਰੇ ਸਰੀਰ ਵਿੱਚੋਂ ਆਤਮਾ ਕੱਢਣੀ ਹੈ ਤੇ ਕਹਿਣਾ ਵੀ ਚੱਲ ਭਾਈ ਹੁਣ ਲੇਖਾ ਜੋਖਾ ਦੇ ਜਿਹੜੇ ਮਾੜੇ ਚੰਗੇ ਕਰਮ ਕੀਤੇ ਨੇ। ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲੱਗੇ। ਜਦੋਂ ਜਮਾਂ ਦਾ ਡੰਡਾ ਸਿਰ ਵਿੱਚ ਵੱਜੇਗਾ ਨਾ ਮੁੰਡੀ ਦੇ ਵਿੱਚ ਆ ਕੇ, ਫਿਰ ਇਸ ਨੂੰ ਹੋਸ਼ ਆਉਣੀ ਹੈ ਵੀ ਮੈਂ ਕੀ ਕਰਦਾ ਰਿਹਾ। ਪਰ ਉਸ ਵੇਲੇ ਤੇ ਸਮਾਂ ਨਿਕਲ ਜਾਏਗਾ ਨਾ, ਹੱਥ ਨਹੀਂ ਆਏਗਾ। ਕਹਿੰਦੇ ਐਸੀ ਹਾਲਤ ਹੈ, ਫਿਰ ਜਮ ਇਸ ਨੂੰ ਫਾਹੀ ਪਾ ਕੇ ਨਾਲ ਲੈ ਜਾਂਦੇ ਹਨ। ਵੇਖੋ ਫਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਵਿਸਰੇ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਮਨ ਹੈ ਨਾ ਇਸ ਤਰ੍ਹਾਂ ਭਰਿਆ ਹੋਇਆ ਵਿਕਾਰਾਂ ਦੇ ਫਲਾਂ ਦੇ ਨਾਲ, ਮਾੜੇ ਕੰਮਾਂ ਦੇ ਨਾਲ ਮਨ ਭਰਿਆ ਹੋਇਆ, ਰੱਬ ਤੇ ਭੁੱਲਿਆ ਹੀ ਹੋਇਆ ਹੈ। ਇੱਕ ਰਾਜੇ ਨੇ ਆ ਕੇ ਆਖਿਆ ਨਾ ਕਿਸੇ ਮਹਾਤਮਾ ਨੂੰ, ਕਹਿਣ ਲੱਗਾ ਮਹਾਤਮਾ ਜੀ ਰੱਬ ਦਾ ਨਾਮ ਮੇਰੇ ਮਨ ਵਿੱਚ ਕਿਵੇਂ ਵਸੇਗਾ। ਇੱਕ ਸਾਖੀ ਹੈ ਛੋਟੀ ਜੀ ਸਮਝਣ ਵਾਸਤੇ। ਅਸੀਂ ਵੀ ਆਖਦੇ ਨਾ ਸਾਡੇ ਮਨ ਵਿੱਚ, ਸਾਡੇ ਅੰਦਰ ਨਾਮ ਨਹੀਂ ਟਿਕਦਾ। ਬਾਬਾ ਜੀ ਅਸੀਂ ਪਾਠ ਕਰਦੇ ਹਾਂ, ਸਾਡਾ ਮਨ ਤੇ ਟਿਕਦਾ ਹੀ ਕੋਈ ਨਹੀਂ ਹੈ, ਭੱਜ ਜਾਂਦਾ। ਇਹ ਸਾਡਾ ਵੀ ਇੱਕ ਸਵਾਲ ਹੈ। ਉਸ ਰਾਜੇ ਨੇ ਸਵਾਲ ਕੀਤਾ, ਕਹਿਣ ਲੱਗਾ ਵੀ ਇਹ ਮਹਾਤਮਾ ਜੀ ਮੇਰਾ ਮਨ ਕੋਈ ਨਹੀਂ ਟਿਕਦਾ, ਤੇ ਕੋਈ ਮੈਨੂੰ ਇਹੋ ਜਿਹਾ ਗੁਰ ਦੇ ਦਿਓ, ਕੋਈ ਬਚਨ ਦਿਓ ਮੇਰਾ ਮਨ ਟਿਕ ਜਾਵੇ, ਮੇਰੇ ਅੰਦਰ ਨਾਮ ਰੁਕ ਜਾਵੇ। ਤੇ ਮਹਾਤਮਾ ਕਹਿਣ ਲੱਗੇ ਬੜੀ ਚੰਗੀ ਗੱਲ ਹੈ, ਮੈਂ ਉਪਦੇਸ਼ ਦੇਵਾਂਗਾ। ਹੁਣ ਜੇ ਸਿੱਧਾ ਉਪਦੇਸ਼ ਦਿਓਗੇ ਮੰਨਦਾ ਕੋਈ ਨਹੀਂ ਹੈ। ਮਹਾਤਮਾ ਨੇ ਸੋਚਿਆ ਥੋੜਾ ਜਿਹਾ ਵਲ ਪਾ ਕੇ ਦੱਸਾਂਗੇ ਫਿਰ ਪਤਾ ਲੱਗੇਗਾ। ਕਹਿਣ ਲੱਗੇ ਰਾਜਾ ਇੱਕ ਸੋਹਣਾ ਜਿਹਾ ਮਕਾਨ ਬਣਾ, ਫਿਰ ਉਪਦੇਸ਼ ਦੇਵਾਂ। ਰਾਜੇ ਨੇ ਝਾਟੀ ਆਪਣੇ ਮੰਤਰੀਆਂ ਨੂੰ ਕਹਿ ਕੇ, ਸਿਪਾਹੀਆਂ ਨੂੰ ਕਹਿ ਕੇ ਇੱਕ ਸੁੰਦਰ ਮਕਾਨ ਬਣਾ ਲਿਆ। ਸੁੰਦਰ ਕੋਠਾ ਇੱਕ ਕਮਰਾ ਤਿਆਰ ਕੀਤਾ। ਜਦੋਂ ਤਿਆਰ ਹੋ ਗਿਆ, ਰਾਜਾ ਕਹਿਣ ਲੱਗਾ ਮਹਾਤਮਾ ਜੀ ਤਿਆਰ ਹੋ ਗਿਆ ਕਮਰਾ ਜਿਹੜਾ ਤੁਸੀਂ ਆਖਿਆ। ਕਹਿਣ ਲੱਗੇ ਇਸ ਕਮਰੇ ਨੂੰ ਬੱਲੀਆਂ ਦੇ ਨਾਲ, ਲੱਕੜਾਂ ਦੇ ਨਾਲ ਭਰ ਦੇ ਸਾਰੇ, ਇੰਨਾ ਭਰ ਵੀ ਇਹਦੇ ਵਿੱਚੋਂ ਹਵਾ ਵੀ ਨਾ ਕਿਸੇ ਬੰਨੇ ਨਿਕਲ ਸਕੇ, ਹਵਾ ਵੀ ਨਾ ਅੰਦਰ ਜਾ ਸਕੇ। ਇਸੇ ਤਰ੍ਹਾਂ ਕੀਤਾ ਗਿਆ। ਸਿਪਾਹੀਆਂ ਨੇ ਝਾਟੀ ਲੱਕੜਾਂ ਚੁੱਕ ਚੁੱਕ ਕੇ, ਥੰਮੀਆਂ ਦੇ ਦੇ ਕੇ ਸਾਰਾ ਘਰ ਅੰਦਰ ਤੱਕ ਭਰ ਦਿੱਤਾ। ਦਰਵਾਜ਼ੇ ਤੱਕ ਲੱਕੜਾਂ ਆ ਗਈਆਂ। ਤੇ ਉਸ ਵੇਲੇ ਰਾਜਾ ਫਿਰ ਕਹਿੰਦਾ ਜੀ ਭਰ ਦਿੱਤਾ ਕੋਠਾ, ਹੁਣ ਦੱਸੋ ਕੀ ਕਰਾਂ। ਤੇ ਮਹਾਤਮਾ ਕਹਿੰਦੇ ਹੁਣ ਇਸ ਤਰ੍ਹਾਂ ਕਰ, ਇਸ ਕੋਠੇ ਵਿੱਚ ਜਾ ਕੇ ਆਪ ਖੜਾ ਹੋ ਜਾ। ਤੇ ਰਾਜਾ ਹੱਸ ਪਿਆ, ਕਹਿਣ ਲੱਗਾ ਜੀ ਕਮਰਾ ਤੇ ਭਰਿਆ ਹੋਇਆ, ਇਹਦੇ ਵਿੱਚ ਤੇ ਹਵਾ ਵੀ ਨਹੀਂ ਹੁਣ ਲੰਘ ਸਕਦੀ, ਖੜ ਸਕਦੀ ਹੈ, ਮੈਂ ਕਿੱਥੇ ਖੜਾ ਹੋ ਜਾ। ਉਸ ਵੇਲੇ ਮਹਾਤਮਾ ਹੱਸ ਪਿਆ, ਕਹਿਣ ਲੱਗੇ ਬਸ ਰਾਜਨ ਸਮਝਣ ਵਾਲੀ ਗੱਲ ਇੰਨੀ ਕੋਈ ਹੈ, ਜਿਵੇਂ ਇਹ ਕਮਰਾ ਲੱਕੜਾਂ ਦੇ ਨਾਲ ਭਰਿਆ ਹੈ, ਇਹਦੇ ਅੰਦਰ ਖਲੋਤਾ ਵੀ ਨਹੀਂ ਜਾ ਸਕਦਾ, ਇਸੇ ਤਰ੍ਹਾਂ ਤੇਰਾ ਮਨ ਵਿਕਾਰਾਂ ਦੇ ਨਾਲ, ਵਿਸ਼ਿਆਂ ਦੇ ਨਾਲ, ਮਾੜੇ ਕੰਮਾਂ ਦੇ ਨਾਲ ਭਰਿਆ ਹੋਇਆ, ਇਹਦੇ ਵਿੱਚ ਫਿਰ ਉਪਦੇਸ਼ ਵੀ ਨਹੀਂ ਖੜ ਸਕਦਾ।
ਸੋ ਐਸੀ ਹਾਲਤ ਸਾਡੀ ਵੀ ਹੈ। ਸਵਾਲ ਅਸੀਂ ਵੀ ਕਰਦੇ ਹਾਂ ਕਿ ਮੇਰਾ ਮਨ ਨਹੀਂ ਟਿਕਦਾ, ਮੈਂ ਪਾਠ ਕਰਦਾ, ਮੈਂ ਸਿਮਰਨ ਕਰਦਾ, ਉਹ ਟਿਕਦਾ ਤਾਂ ਨਹੀਂ ਹੈ, ਤੇਰੇ ਮਨ ਦੇ ਅੰਦਰ ਥਾਂ ਨਹੀਂ ਹੈ, ਖਾਲੀ ਨਹੀਂ ਤੇ ਮਨ ਟਿਕੇ ਕਿੱਥੋਂ। ਅੱਜ ਕੱਲ੍ਹ ਦਾ ਨਵਾਂ ਯੁੱਗ ਹੈ ਨਾ, ਅਸੀਂ ਮੋਬਾਈਲ ਵਰਤਦੇ ਹਾਂ, ਤੇ ਜੇ ਮੋਬਾਈਲ ਦੀ ਮੈਮਰੀ ਫੁੱਲ ਹੋ ਜਾਵੇ ਤੇ ਤੁਸੀਂ ਕੋਈ ਵੀ ਚੀਜ਼ ਡਾਊਨਲੋਡ ਨਹੀਂ ਕਰ ਸਕਦੇ, ਉਹਨੂੰ ਸਪੇਸ ਦੇਣੀ ਪਵੇਗੀ, ਉਹਨੂੰ ਖਾਲੀ ਕਰਨਾ ਪਵੇਗਾ। ਖਾਲੀ ਕਰੋਗੇ ਤੇ ਫਿਰ ਅਗਲੀ ਫਾਈਲ ਜਿਹੜੀ ਹੈ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ। ਇਸੇ ਤਰ੍ਹਾਂ ਭਾਈ ਤੇਰਾ ਮਨ ਜਿਹੜਾ ਹੈ ਨਾ ਪਹਿਲਾਂ ਹੀ ਭਰਿਆ ਬੈਠਾ, ਇਹਨੂੰ ਕਿਸੇ ਨਾ ਕਿਸੇ ਬੰਦੇ ਡੁੱਲਣਾ ਪਵੇਗਾ, ਖਾਲੀ ਕਰਨਾ ਪਵੇਗਾ। ਖਾਲੀ ਕਰੇਗਾ ਗੁਰੂ ਦਾ ਬਚਨ ਵੀ ਤਾਂ ਹੀ ਇਹਦੇ ਵਿੱਚ ਟਿਕਣਾ ਹੈ। ਮਹਾਰਾਜ ਕਹਿਣ ਲੱਗੇ ਬਿਖ ਫਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਤੇ ਵਿਸਰੇ। ਰੱਬ ਤੈਨੂੰ ਮਨ ਵਿੱਚੋਂ ਹੀ ਭੁੱਲਿਆ ਹੋਇਆ। ਇੱਕ ਤੇ ਆਪਾਂ ਕਹਿੰਦੇ ਆ ਨਾ ਵੀ ਫਲਾਣਿਆ ਆਪਾਂ ਸਰੀਰ ਕਰਕੇ ਤੇ ਭਾਵੇਂ ਨਹੀਂ ਮਿਲੇ, ਪਰ ਮਨ ਕਰਕੇ ਤੇ ਮੈਂ ਤੈਨੂੰ ਯਾਦ ਕਰਦਾ ਸੀ। ਆਪਾਂ ਆਮ ਕਹਿ ਦਿੰਦੇ ਆ ਕਿਸੇ ਨਾਲ ਪਿਆਰ ਕਰੀਏ ਨਾ ਬਹੁਤਾ ਤੇ ਉਹਨੂੰ ਆਖੀਦਾ ਫਿਰ ਕੀ ਹੋਇਆ, ਸਰੀਰ ਕਰਕੇ ਹੀ ਦੂਰ ਆ, ਮਨ ਤੇ ਨਹੀਂ ਨਾ ਦੂਰ ਹੋਏ। ਮਹਾਰਾਜ ਕਹਿੰਦੇ ਸਰੀਰ ਤੇ ਤੇਰਾ ਰੱਬ ਤੋਂ ਦੂਰ ਹੋਇਆ ਹੀ ਹੋਇਆ ਹੈ, ਪਰ ਮਨ ਤੇ ਵਿਸਰੇ, ਤੇਰਾ ਤੇ ਮਨ ਵੀ ਰੱਬ ਨਾਲੋਂ ਦੂਰ ਹੋ ਗਿਆ। ਤੇਰੇ ਤੇ ਮਨ ਵਿੱਚ ਵੀ ਉਹ ਯਾਦ ਨਹੀਂ ਹੈ, ਉਹਦਾ ਖਿਆਲ ਨਹੀਂ ਹੈ, ਪ੍ਰਾਪਤੀ ਕਿੱਥੋਂ ਹੋਵੇ। ਸੋ ਜਦੋਂ ਰੱਬ ਭੁੱਲ ਜਾਂਦਾ ਉਹਦੇ ਭੁੱਲਣ ਦਾ ਕਾਰਨ ਇਹ ਹੈ ਵੀ ਤੈਨੂੰ ਵਿਕਾਰਾਂ ਰੂਪੀ ਫਲ ਚੰਗੇ ਲੱਗਦੇ ਨੇ, ਵਿਕਾਰ ਚੰਗੇ ਲੱਗਦੇ ਤਾਂ ਤੈਨੂੰ ਰੱਬ ਭੁੱਲਿਆ ਹੋਇਆ ਹੈ। ਗਿਆਨ ਪ੍ਰਵੇਸ਼ ਗੁਰਹਿ ਧਨ ਦੀਆ, ਧਿਆਨ ਮਾਨ ਮਨ ਏਕ ਮਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਸ ਵੇਲੇ ਗੁਰ ਹੈ ਧਨ ਦੀਆ। ਹੁਣ ਆਪਾਂ ਗੁਰੂ ਕੋਲ ਆਏ ਆ, ਮੱਥਾ ਟੇਕਿਆ, ਤੁਸੀਂ ਸਾਰੇ ਜਣੇ ਬੈਠੇ ਹੋ, ਆਪਣੇ ਘਰ ਦਾ ਕੰਮਕਾਰ ਛੱਡ ਕੇ ਵੀ ਆਏ ਹੋ, ਗੱਡੀਆਂ ਮੋਟਰਾਂ ਚਲਾ ਕੇ ਵੀ ਆਏ ਹੋ, ਖਰਚਾ ਵੀ ਕਰਕੇ ਆਏ ਹੋ, ਪਰ ਕਿਉਂ ਆਏ ਆ ਗੁਰੂ ਦੇ ਕੋਲ? ਲੋੜ ਕੀ ਪੈ ਗਈ ਹੈ ਸਾਨੂੰ? ਅਸੀਂ ਘਰ ਵਿੱਚ ਕਿਉਂ ਨਹੀਂ ਬੈਠੇ ਰਹੇ? ਮਹਾਰਾਜ ਕਹਿੰਦੇ ਗੁਰ ਹੈ ਧਨ ਦੀਆ, ਅਸੀਂ ਗੁਰੂ ਦੇ ਕੋਲੋਂ ਧਨ ਲੈਣ ਵਾਸਤੇ ਆਏ ਆ। ਕਿਹੜਾ ਧਨ? ਮਾਇਆ ਦੇ ਧਨ ਦੀ ਗੱਲ ਨਹੀਂ ਹੈ। ਮਹਾਰਾਜ ਕਹਿੰਦੇ ਗਿਆਨ ਪ੍ਰਵੇਸ਼, ਸਾਡੇ ਅੰਦਰ ਗਿਆਨ ਪ੍ਰਵੇਸ਼ ਕਰੇ। ਇਹ ਗੁਰੂ ਨੇ ਰਾਹ ਬਣਾਉਣਾ। ਇਹ ਸਾਡੇ ਜਿਹੜੇ ਕੰਨ ਨੇ ਨਾ, ਇਹ ਰਾਹ ਹੈ ਗੁਰੂ ਦੇ ਬਚਨ ਨੂੰ ਅੰਦਰ ਲਿਜਾਣ ਵਾਸਤੇ। ਪਰ ਇਹ ਬਚਨ ਵੀ ਤਾਂ ਹੀ ਅੰਦਰ ਜਾਵੇਗਾ ਜੇ ਗੁਰੂ ਕਿਰਪਾ ਕਰੇਗਾ, ਨਹੀਂ ਤੇ ਇਹਨਾਂ ਕੰਨਾਂ ਦੇ ਨਾਲ ਗੀਤ ਸੰਗੀਤ ਤੇ ਬੜਾ ਅਸੀਂ ਸੁਣਦੇ ਹਾਂ, ਵਕਾਰਾਂ ਦੀ ਪ੍ਰਾਪਤੀ ਵਾਲਾ, ਪਰ ਕੀਰਤਨ ਨਹੀਂ ਸੁਣਦੇ, ਕਥਾ ਨਹੀਂ ਸੁਣਦੇ। ਮਹਾਰਾਜ ਕਹਿਣ ਲੱਗੇ ਗੁਰੂ ਨੇ ਧਨ ਤੈਨੂੰ ਇਹ ਦੇਣਾ ਹੈ, ਤੇਰੇ ਅੰਦਰ ਗਿਆਨ ਦੀ ਪ੍ਰਾਪਤੀ ਹੋਣੀ ਹੈ। ਤੇ ਜਦੋਂ ਐਸੀ ਬਖਸ਼ਿਸ਼ ਹੋਈ, ਧਿਆਨ ਮਾਨ ਮਨ ਏਕ ਮਏ, ਤੇਰਾ ਮਨ ਫਿਰ ਧਿਆਨ ਵਿੱਚ ਜੁੜੇਗਾ ਤੇ ਰੱਬ ਦਾ ਤੇ ਤੇਰਾ ਇੱਕੋ ਹੀ ਰੂਪ ਹੋ ਜਾਏਗਾ। ਮੈ ਨਾਮ ਸਰੂਪ ਦਾ ਹੈ, ਰੱਬ ਦੇ ਸਰੂਪ ਦੇ ਵਿੱਚ ਤੇ ਤੇਰੇ ਸਰੂਪ ਵਿੱਚ ਫਰਕ ਨਹੀਂ ਰਹਿ ਜਾਵੇਗਾ। ਰੱਬ ਦਾ ਤੂੰ ਰੂਪ ਹੀ ਹੋ ਜਾਵੇਂਗਾ। ਆਪਾਂ ਆਮ ਹੀ ਇਹ ਗੱਲ ਕਹਿੰਦੇ ਫਲਾਣਾ ਬੰਦਾ ਤੇ ਰੱਬ ਦਾ ਰੂਪ ਹੈ, ਪਰ ਰੱਬ ਦੇ ਰੂਪ ਉਹ ਹੋ ਜਾਂਦੇ ਨੇ ਜਿਹੜੇ ਗੁਰੂ ਦੇ ਬਚਨ ਨੂੰ ਆਪਣੇ ਹਿਰਦੇ ਵਿੱਚ ਲੈ ਕੇ ਜਾਂਦੇ ਹਨ। ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੇ ਮੁਕਤ ਪਏ। ਜਿਨ੍ਹਾਂ ਨੇ ਪ੍ਰੇਮਾ ਭਗਤੀ ਕਰਨੀ ਜਾਣੀ ਹੈ ਉਹਨਾਂ ਨੂੰ ਸੁਖ ਸਰੂਪ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ। ਹੁਣ ਇਹ ਗੱਲ ਸਾਰੇ ਹੀ ਕਹਿੰਦੇ ਨੇ ਵੀ ਮੈਨੂੰ ਰੱਬ ਮਿਲਿਆ ਹੋਇਆ, ਮੈਂ ਤੇ ਰੱਬ ਨੂੰ ਮਿਲਿਆ ਹੋਇਆ। ਕਈ ਐਵੇਂ ਵੱਡੀਆਂ ਵੱਡੀਆਂ ਡੀਂਗਾਂ ਮਾਰਦੇ ਰਹਿੰਦੇ, ਮੈਂ ਤੇ ਰੱਬ ਨੂੰ ਮਿਲਿਆ ਹੋਇਆ ਜੀ, ਮੇਰੀ ਤੇ ਕਈ ਗੱਲ ਪੂਰੀ ਹੁੰਦੀ ਹੈ। ਮਹਾਰਾਜ ਕਹਿੰਦੇ ਰੱਬ ਨੂੰ ਮਿਲਣ ਦੀ ਨਿਸ਼ਾਨੀ ਇਹ ਹੈ ਕਿ ਮਨ ਵੀ ਰੱਜ ਜਾਂਦਾ ਤੇ ਤਨ ਵੀ ਰੱਜ ਜਾਂਦਾ, ਉਹਨੂੰ ਭੁੱਖ ਕੋਈ ਨਹੀਂ ਰਹਿ ਜਾਂਦੀ। ਇੱਕ ਪਾਸੇ ਤੇ ਕਹਿੰਦਾ ਮੈਂ ਰੱਬ ਨੂੰ ਮਿਲਿਆ ਹੋਇਆ, ਦੂਜੇ ਪਾਸੇ ਦੁਨੀਆ ਅੱਗੇ ਹੱਥ ਅੱਡਦਾ ਪਿਆ, ਫਲਾਣਿਆਂ ਆਹ ਦੇ ਦੇ, ਫਲਾਣਿਆਂ ਆਹ ਦੇ ਦੇ, ਫਿਰ ਰੱਬ ਨੂੰ ਕਾਹਦਾ ਮਿਲਿਆ? ਮਹਾਰਾਜ ਕਹਿੰਦੇ ਰੱਬ ਨੂੰ ਮਿਲਣ ਦੀ ਨਿਸ਼ਾਨੀ ਇਹ ਹੈ ਬੰਦੇ ਦੀ ਵੀ ਉਹਦਾ ਮਨ ਵੀ ਰੱਜ ਜਾਂਦਾ ਹੈ, ਉਹਦਾ ਤਨ ਵੀ ਰੱਜ ਜਾਂਦਾ ਹੈ। ਭੁੱਖਾਂ ਸਭ ਗਵਾਈਆਂ ਕਰ ਸ਼ਾਂਤ, ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਬਚਨ ਪੜ੍ਹਦੇ ਆ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ। ਕਹਿੰਦੇ ਉਹ ਬੰਦਾ ਜਿਹੜਾ ਹੈ ਨਾ ਹਰ ਪਾਸਿਓਂ ਰੱਜ ਜਾਂਦਾ ਹੈ। ਜੋਤ ਸਮਾਏ ਸਮਾਨੀ ਜਾ ਕੈ ਅਸਲੀ ਪ੍ਰਭ ਪਹਿਚਾਨਿਆ। ਜਿਨ੍ਹਾਂ ਨੇ ਉਸ ਜੋਤੀ ਸਰੂਪ ਪਰਮਾਤਮਾ ਨੂੰ ਜਾਣ ਕੇ ਤੇ ਉਹਦੇ ਵਿੱਚ ਸਮਾ ਗਏ ਨੇ, ਲੀਨ ਹੋ ਗਏ ਨੇ, ਉਹਨਾਂ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ। ਅਛਲੀ ਤੋਂ ਭਾਵ ਹੈ ਨਿਰਛਲ, ਪਰਮਾਤਮਾ ਛਲ ਨਹੀਂ ਕਰਦਾ। ਬੰਦਾ ਬੰਦੇ ਨਾਲ ਛਲ ਕਰ ਸਕਦਾ, ਪਸ਼ੂ ਪਸ਼ੂ ਦੇ ਨਾਲ ਛਲ ਕਰ ਜਾਂਦਾ, ਧੋਖਾ ਕਰ ਜਾਂਦਾ। ਇੱਕ ਪਰਮਾਤਮਾ ਇਹੋ ਜਿਹਾ ਉਹ ਕਿਸੇ ਨਾਲ ਛਲ ਨਹੀਂ ਕਰਦਾ ਤੇ ਨਹੀਂ ਛਲ ਕਰਦਾ, ਤੇ ਤਾਂ ਉਸ ਨੂੰ ਨਿਰਛਲ ਆਖਿਆ ਵੀ ਛਲ ਤੋਂ ਰਹਿਤ ਹੈ। ਰੱਬ ਕਿਸੇ ਨੂੰ ਛਲਦਾ ਨਹੀਂ ਹੈ।
ਅਛਲੀ ਪ੍ਰਭ ਪਹਿਚਾਨਿਆ। ਉਸ ਪ੍ਰਮਾਤਮਾ ਨੂੰ ਗੁਰਮੁਖਾਂ ਨੇ ਪਹਿਚਾਨ ਲਿਆ ਹੈ। ਤਨੈ ਧਨ ਪਾਇਆ ਤਰਣੀ ਤਰ ਮਿਲ ਜਨ ਸੰਤ ਸੁਮਨਿਆ। ਭਗਤ ਧੰਨਾ ਜੀਆਂ ਦਾ ਸ਼ਬਦ ਇੱਥੇ ਸੰਪੂਰਨ ਹੋਇਆ। ਕਹਿਣ ਲੱਗੇ ਭਗਤ ਧੰਨਾ ਜੀ ਪ੍ਰਮਾਤਮਾ ਦੀ ਪ੍ਰਾਪਤੀ ਵਾਲੇ ਬਣੇ। ਭਗਤ ਧੰਨਾ ਜੀ ਕਿਵੇਂ ਬਣੇ ਹੋ ਸਾਨੂੰ ਵੀ ਦੱਸ ਦਿਓ। ਕਹਿਣ ਲੱਗੇ ਮਿਲ ਸੰਤ ਜਨਾ, ਮੈਂ ਸਾਧੂਆਂ ਦੀ ਸੰਗਤ ਵਿੱਚ ਮਿਲੀ ਹੈ। ਵੈਸੇ ਅੱਜ ਕੱਲ੍ਹ ਤੇ ਲੋਕ ਸਾਧੂਆਂ ਦੀ ਨਿੰਦਿਆ ਹੀ ਕਰਦੇ ਨੇ, ਕਲਯੁਗ ਦਾ ਸਮਾਂ, ਪਰ ਕਹਿੰਦੇ ਮੈਂ ਸੰਤ ਜਨਾਂ ਦੇ ਨਾਲ ਮਿਲ ਕੇ ਰੱਬ ਦੇ ਨਾਮ ਨੂੰ ਜਪਿਆ ਤੇ ਧੰਨੇ ਧਨ ਪਾਇਆ ਧਰਨੀ ਧਰ। ਉਹ ਪ੍ਰਮਾਤਮਾ ਜਿਹੜਾ ਧਰਤੀ ਨੂੰ ਆਸਰਾ ਦੇਣ ਵਾਲਾ, ਉਸ ਦੀ ਪ੍ਰਾਪਤੀ ਰੂਪੀ ਧਨ ਨੂੰ ਮੈਂ ਪਾ ਲਿਆ ਹੈ। ਐਸੀ ਬਖਸ਼ਿਸ਼ ਜਿਹੜੀ ਹੈ ਉਹ ਮੇਰੇ ਤੇ ਹੋਈ ਹੈ। ਗੁਰੂ ਕਿਰਪਾ ਕਰੇ।